ਸਤਿ ਸ਼੍ਰੀ ਅਕਾਲ। ਪੰਜਾਬ ਟੁਡੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਚਰਨਜੀਤ ਸਿੰਘ ਚਰਨੀ। ਹਰ ਰੋਜ਼ ਦੀ ਤਰ੍ਹਾਂ ਅਸੀਂ ਸਰਕਾਰ ਤੇ ਵਿਰੋਧੀ ਪੱਖ ਤੇ ਨਜ਼ਰ ਰੱਖਦੇ ਇੱਕ ਰਾਜਨੀਤਿਕ ਨਜ਼ਰੀਏ ਦੇ ਤੌਰ ਤੇ ਗੱਲਬਾਤ ਕਰਦੇ ਹਾਂ ਤੇ ਵੱਖ-ਵੱਖ ਮੁੱਦਿਆਂ ਨੂੰ ਉਭਾਰਦੇ ਹਾਂ ਜਿਨ੍ਹਾਂ ਦੇ ਤਹਿਤ ਪੰਜਾਬ ਤੇ ਸੂਬੇ ਦੇ ਵਿੱਚ ਵਸਦੇ ਲੋਕਾਂ ਦੇ ਲਈ ਸਰਕਾਰ ਵੱਲੋਂ ਕੀ ਕੀਤਾ ਜਾਂਦਾ ਹੈ ਤੇ ਵਿਰੋਧੀ ਧਿਰ ਵੱਲੋਂ ਕੀ ਰੋਲ ਨਿਭਾਇਆ ਜਾਂਦਾ ਹੈ, ਇਸ ਨੂੰ ਲੈ ਕੇ ਗੱਲਬਾਤ ਕੀਤੀ ਜਾਂਦੀ ਹੈ। ਤੇ ਇਸੇ ਦੇ ਤਹਿਤ ਅੱਜ ਜੋ ਨਵਾਂ ਮੁੱਦਾ ਛਿੜਿਆ ਹੋਇਆ, ਜੋ ਨਵੀਂ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਛਿੜੀ ਹੋਈ ਹੈ, ਉਹ ਹੈ ਸਿਕਿਉਰਿਟੀ ਨੂੰ ਲੈ ਕੇ। ਮਾਨ ਸਰਕਾਰ ਵੱਲੋਂ ਅੱਜ ਦਿਨ ਚੜ੍ਹਦੇ ਹੀ ਤੜਕਸਾਰ ਇੱਕ ਫਰਮਾਨ ਜਾਰੀ ਹੋ ਜਾਂਦਾ ਜਿਸ ਦੇ ਵਿੱਚ 424 ਵੱਡੇ ਦਿਗਜਾਂ ਦਾ ਪੱਤਾ ਉਸ ਸਮੇਂ ਕੱਟਿਆ ਜਾਂਦਾ ਹੈ ਜਦੋਂ ਉਹਨਾਂ ਦੀ ਸਿਕਿਉਰਿਟੀ ਦੇ ਨਾਂ ਨੂੰ ਲੈ ਕੇ ਗੱਲ ਰੱਖੀ ਜਾਂਦੀ ਹੈ ਕਿ ਸਾਰੇ ਪੁਲਿਸ ਕਰਮੀ ਜੋ ਉਹਨਾਂ ਦੀ ਸੁਰੱਖਿਆ ਦੇ ਵਿੱਚ ਤੈਨਾਤ ਸੀ ਉਹਨਾਂ ਨੂੰ ਵਾਪਸ ਬੁਲਾ ਲਿਆ ਜਾਵੇ। ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਨਹੀਂ ਬਖਸ਼ਿਆ ਗਿਆ, ਪਰੰਤੂ ਗਿਆਨੀ ਹਰਪ੍ਰੀਤ ਸਿੰਘ ਦੇ ਜਦੋਂ ਕਹਿਣ ਤੋਂ ਇੱਕ ਬਿਆਨ ਆਇਆ ਹੈ ਉਦੋਂ ਵੱਲੋਂ ਕਿਹਾ ਗਿਆ ਕਿ ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ, ਸਿੱਖ ਕੌਮ ਆਪਣੀ ਸਿਕਿਉਰਿਟੀ ਆਪਣੀ ਰੱਖਿਆ ਕਰਨ ਜਾਣਦੀ ਹੈ। ਉਸ ਤੋਂ ਬਾਅਦ ਉਹਨਾਂ ਦੀ ਸੁਰੱਖਿਆ ਬਹਾਲ ਕਰ ਦਿੱਤੀ ਗਈ ਹੈ। ਇਸ ਮੁੱਦੇ ਨੂੰ ਲੈ ਕੇ ਅੱਜ ਚਰਚਾ ਕਰਾਂਗੇ ਕਿ ਮਾਨ ਸਰਕਾਰ ਪਹਿਲਾਂ ਤਾਂ ਕੱਟਦੀ ਹੈ ਕਿ ਸਿਕਿਉਰਿਟੀ ਨੂੰ ਲੈ ਕੇ ਕੋਈ ਸੁਰੱਖਿਆ ਕਰਮੀ ਮੌਜੂਦ ਨਹੀਂ ਰਹੇਗਾ, ਪਰੰਤੂ ਬਾਅਦ ਦੇ ਵਿੱਚ ਦਬਾਅ ਪੈਣ ਨੂੰ ਲੈ ਕੇ ਬਹਾਲ ਵੀ ਕਰਦੀ ਹੈ। ਇਸ ਦੇ ਤਹਿਤ ਸਾਡੇ ਨਾਲ ਵੱਖ-ਵੱਖ ਪਾਰਟੀ ਦੇ ਬੁਲਾਰੇ ਜੁੜੇ ਹੋਏ ਨੇ, ਜਿਸ ਦੇ ਵਿੱਚ ਪੋਲੀਟੀਕਲ ਐਕਸਪਰਟ ਸਾਡੇ ਨਾਲ ਸੱਜਣ ਸਿੰਘ ਜੀ ਅਕਾਲੀ ਦਲ ਤੋਂ, ਰਣਵੀਰ ਢਿੱਲੋਂ ਜੀ ਤੇ ਗੌਰਵ ਸੰਧੂ ਜੀ ਕਾਂਗਰਸ ਤੋਂ ਤੇ ਕਮਲ ਸੋਈ ਬੀਜੇਪੀ ਤੋਂ, ਤੇ ਆਮ ਆਦਮੀ ਪਾਰਟੀ ਦੇ ਨਾਲ ਵੀ ਅਸੀਂ ਰਾਬਤਾ ਕੀਤਾ ਸੀ ਪਰੰਤੂ ਅਜੇ ਤੱਕ ਕੋਈ ਵੀ ਉਹਨਾਂ ਦਾ ਬੁਲਾਰਾ ਸਾਡੇ ਨਾਲ ਨਹੀਂ ਜੁੜ ਪਾਇਆ। ਸਭ ਤੋਂ ਪਹਿਲਾਂ ਰਣਵੀਰ ਢਿੱਲੋਂ ਜੀ, ਤੁਹਾਡਾ ਪੱਖ ਜਾਣਨਾ ਚਾਹਾਂਗਾ ਕਿ ਅੱਜ ਮਾਨ ਸਰਕਾਰ ਵੱਲੋਂ ਤੜਕਸਾਰ ਇੱਕ ਫਰਮਾਨ ਜਾਰੀ ਹੁੰਦਾ ਹੈ 424 ਵੱਡੇ ਸਿਆਸੀ ਰਾਜਨੀਤਿਕ ਤੇ ਵੱਡੇ ਬਿਊਰੋਕਰੇਟਸ ਦੀ ਜੋ ਸਿਕਿਉਰਿਟੀ ਦਿੱਤੀ ਹੋਈ ਸੀ ਉਸ ਨੂੰ ਵਾਪਸ ਲੈਣ ਦੀ ਗੱਲ ਆਖੀ ਜਾਂਦੀ ਹੈ, ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਵੀ ਸ਼ਾਮਲ ਹੁੰਦਾ ਹੈ। ਹਾਲਾਂਕਿ ਡੇਰਾ ਬਿਸਤਾ ਦੇ ਮੁਖੀ ਗੁਰਿੰਦਰ ਢਿੱਲੋਂ ਦਾ ਨਾਮ ਵੀ ਸ਼ਾਮਲ ਹੈ, ਪਰੰਤੂ ਦਬਾਅ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੀ ਜੋ ਸਿਕਿਉਰਿਟੀ ਹੈ ਉਹ ਵਾਪਸ ਬੁਲਾ ਲਈ ਗਈ ਹੈ। ਕਿਵੇਂ ਵੇਖਦੇ ਹੋ ਸਾਰੇ ਨਜ਼ਰੀਏ ਨੂੰ ਕਿ ਮਾਨ ਸਰਕਾਰ ਕਿੰਨਾ ਕੁ ਢੁਕਦੀ ਹੈ ਇਹਨਾਂ ਦੇ ਉੱਤੇ? ਸਭ ਤੋਂ ਪਹਿਲਾਂ ਤਾਂ ਜੀ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵੇਖੋ ਜੀ, ਬਹੁ ਗਿਣਤੀ ਸਿੱਖ ਸੂਬੇ ਦਾ ਮੁੱਖ ਮੰਤਰੀ ਹੋਵੇ ਤੇ ਹੋਵੇ ਵੀ ਸਿੱਖ ਤੇ ਕੌਮ ਦੀ ਸਭ ਤੋਂ ਸਤਿਕਾਰਯੋਗ ਸੁਪਰੀਮ ਸ਼ਖਸੀਅਤ ਸਾਡੇ ਪਵਿੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਕਿ ਸਾਡੇ ਸਿੱਖਾਂ ਵਾਸਤੇ ਇੱਕ ਪੂਜਨਿਕ ਸ਼ਖਸੀਅਤ ਨੇ, ਉਹਨਾਂ ਦੀ ਸੁਰੱਖਿਆ ਵਾਪਸ ਲੈ ਕੇ ਤੇ ਆਪਣੇ ਦਿੱਲੀ ਦੇ ਅਕਾਵਾਂ ਨੂੰ ਖੁਸ਼ ਕਰਨ ਵਾਸਤੇ ਉਹੀ ਸੁਰੱਖਿਆ ਜਿਹੜੀ ਉਧਰ ਟਰਾਂਸਫਰ ਕਰਨੀ, ਤਾਂ ਇਸ ਤੋਂ ਵੱਡੀ ਮੇਰੇ ਹਿਸਾਬ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕੋਈ ਗੱਲ ਨਹੀਂ ਹੋ ਸਕਦੀ। ਮੈਂ ਇਸ ਕਾਰਵਾਈ ਦੀ ਜਿੰਨੇ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਾਂ ਓਨੀ ਹੀ ਥੋੜ੍ਹੀ ਹੈ। ਤੇ ਦੂਜੀ ਗੱਲ ਮੈਂ ਮਾਨ ਸਾਹਿਬ ਨੂੰ ਕਹਿਣੀ ਚਾਹੁੰਦਾ, ਵੇਖੋ ਜੀ, ਆਪਣੇ ਸਾਡੇ ਲਈ ਸੁਪਰੀਮ ਪਾਵਰ ਨੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਉਹਨਾਂ ਨੂੰ ਜਿਹੜੀ ਸਰਕਾਰੀ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ ਉਹਨਾਂ ਦੀ ਕੋਈ ਨਿੱਜੀ ਲੋੜ ਨਹੀਂ, ਕਿਉਂਕਿ ਉਹਨਾਂ ਦਾ ਰੁਤਬਾ ਇੰਨਾ ਵੱਡਾ ਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਸੀ ਉਹ ਆਪਣਾ ਫਰਜ਼ ਸਮਝਦੀਆਂ ਸੀ ਜਾਂ ਉਹਨਾਂ ਨੂੰ ਸਨਮਾਨ ਦੇ ਤੌਰ ਤੇ ਸੁਰੱਖਿਆ ਦਿੱਤੀ ਜਾਂਦੀ ਸੀ। ਨਹੀਂ ਤਾਂ ਜਥੇਦਾਰ ਸਾਹਿਬ ਦੀ ਸੁਰੱਖਿਆ ਵਾਸਤੇ ਸਾਡੇ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀ ਸਿੱਖ ਬਹੁ ਗਿਣਤੀ ਨੌਜਵਾਨ ਹੈ ਉਹਨਾਂ ਦੀ ਸੁਰੱਖਿਆ ਵਾਸਤੇ ਹਮੇਸ਼ਾ ਤਤਪਰ ਹੈ। ਸੋ ਮੈਂ ਆਮ ਆਦਮੀ ਪਾਰਟੀ ਦੀ ਇਸ ਕਾਰਵਾਈ ਦੀ ਜਿੰਨੀ ਸਖਤ ਸ਼ਬਦ ਦੇ ਵਿੱਚ ਨਿੰਦਿਆ ਕਰਾਂ ਉਨੀ ਹੀ ਥੋੜ੍ਹੀ ਹੈ। ਗੌਰਵ ਸੰਧੂ ਜੀ, ਤੁਹਾਡਾ ਪੱਖ ਜਾਣਨਾ ਚਾਹਾਂਗਾ। ਬਹੁ ਗਿਣਤੀ ਸੁਰੱਖਿਆ ਕਾਂਗਰਸੀ ਆਗੂਆਂ ਦੀ ਕੱਟੀ ਗਈ ਹੈ ਤੇ ਜਿਨ੍ਹਾਂ ਦੇ ਵਿੱਚ ਕੁਲਜੀਤ ਸਿੰਘ ਨਾਗਰਾ ਦਾ ਨਾਮ ਵੀ ਸ਼ਾਮਲ ਹੈ ਤੇ ਮਦਨ ਲਾਲ ਜਲਾਲਪੁਰ ਦਾ ਨਾਮ ਵੀ ਸ਼ਾਮਲ ਹੈ। ਹੋਰ ਵੀ ਵੱਡੇ ਵੱਡੇ ਦਿਗਜ ਨੇ ਜਿਨ੍ਹਾਂ ਦੀ ਸੁਰੱਖਿਆ ਵਾਪਸ ਬੁਲਾ ਲਈ ਗਈ ਹੈ। ਕਿਵੇਂ ਵੇਖਦੇ ਹੋ ਕਿ ਇਹ ਜੇ ਸੁਰੱਖਿਆ ਵਾਪਸ ਬੁਲਾਈ ਗਈ ਹੈ ਇਹ ਪੋਜ਼ਿਟਿਵ ਸਾਈਨ ਹੈ ਜਾਂ ਕਿਤੇ ਨਾ ਕਿਤੇ ਨੈਗੇਟਿਵ ਸਾਈਨ ਲੱਗਦਾ ਹੈ? ਦੇਖੋ ਚਰਨਜੀਤ ਜੀ, ਗੱਲ ਇਹ ਹੈ, ਸਰਕਾਰ ਜਿਸ ਤਰ੍ਹਾਂ ਦੇ ਕੰਮ ਕਰ ਰਹੀ ਹੈ ਉਹਦੇ ਚ ਆਪਾਂ ਦੇਖ ਰਹੇ ਹਾਂ ਹਰ ਗੱਲ ਇਮੈਚਿਓਰ ਤੇ ਇਨਐਕਸਪੀਰੀਅੰਸਡ ਹੈ। ਪਰ ਚਾਹੇ ਅਤੀਤ ਚ ਦੇਖ ਲਓ, ਜਿਹੜੇ ਨੁਮਾਇੰਦੇ ਚੁਣ ਕੇ ਚਾਹੇ ਪਾਰਲੀਮੈਂਟ ਚ ਗਏ ਆ ਚਾਹੇ ਵਿਧਾਨ ਸਭਾ ਚ ਗਏ ਆ, ਕਈ ਜਿਹੜੇ ਪੁਰਾਣੇ ਨੇਤਾ ਨੇ ਜਿਨ੍ਹਾਂ ਨੇ ਅੱਤਵਾਦ ਦੇ ਦੌਰਾਨ ਵੀ ਆਪਣਾ ਜਿਨ੍ਹਾਂ ਤੇ ਖਤਰਾ ਮੰਡਰਾਉਂਦਾ ਸੀਗਾ, ਇਹ ਜ਼ਰੂਰੀ ਨਹੀਂਗਾ ਵੀ ਅੱਜ ਉਹਨਾਂ ਤੇ ਖਤਰਾ ਨਹੀਂ ਹੈਗਾ। ਦੂਜੀ ਗੱਲ, ਜਿਹੜਾ ਇੱਕ ਵਾਰ ਐਮਐਲਏ ਬਣ ਗਿਆ ਜਾਂ ਮੰਤਰੀ ਬਣ ਗਿਆ ਉਹਨੇ ਕਈ ਫੈਸਲੇ ਐਸੇ ਲਏ ਹੁੰਦੇ ਆ ਜਿਹੜੇ ਕਿ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਸ਼ਰਾਰਤੀ ਅਨਸਰ ਜਾਂ ਸਰਕਾਰ ਦੇ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਬਹੁਤ ਤਰ੍ਹਾਂ ਦੇ ਫੈਸਲੇ ਇਸ ਤਰ੍ਹਾਂ ਦੇ ਲੈਣੇ ਪੈਂਦੇ ਆ ਵੀ ਉਹਨਾਂ ਨੂੰ ਖਤਰਾ ਹੁੰਦਾ ਹੈ ਜੀ। ਸੋ ਇਹ ਜਿਹੜੀ ਸਰਕਾਰ ਦੀ ਕਾਰਵਾਈ ਹੈ, ਖਾਸ ਕਰਕੇ ਜਿਹੜੇ ਸ਼ਖਸੀਅਤਾਂ ਨੇ, ਜਿਵੇਂ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਕਹੀਏ,
ਬੇਸ਼ੱਕ ਉਹਨਾਂ ਨੂੰ ਸਿਕਿਉਰਿਟੀ ਦੀ ਲੋੜ ਨਹੀਂ, ਉਹ ਸੁਪਰੀਮ ਪਾਵਰ ਨੇ, ਸ਼੍ਰੋਮਣੀ ਕਮੇਟੀ ਦੀ ਆਪਣੀ ਟਾਸਕ ਫੋਰਸ ਹੈਗੀ ਹੈ, ਪਰ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ, ਬਾਰਡਰ ਸਟੇਟ ਹੈ, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸ਼ਰਾਰਤ ਹੋ ਸਕਦੀ ਹੈ ਮਾਹੌਲ ਖਰਾਬ ਕਰਨ ਦੀ। ਤੋ ਇਸ ਕਰਕੇ ਸੁਰੱਖਿਆ ਦੇਖੀ ਜਾਂਦੀ ਹੈ। ਸੈਂਟਰਲ ਏਜੰਸੀਜ਼ ਨੂੰ ਵੀ ਪਤਾ ਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ ਸੈਂਟਰਲ ਏਜੰਸੀਜ਼ ਦੇ ਨਾਲ ਤਾਲਮੇਲ ਕਰਕੇ, ਸਲਾਹ ਮਸ਼ਵਰਾ ਕਰਕੇ ਸੁਰੱਖਿਆ ਵਾਪਸ ਲੈਣੀ ਚਾਹੀਦੀ ਹੈ। ਸਿਕਿਉਰਿਟੀ ਵੀ ਕਿਹਦੀ ਸਿਕਿਉਰਿਟੀ ਵਾਪਸ ਲੈਣੀ ਚਾਹੀਦੀ ਹੈ, ਕਿਹਦੀ ਨਹੀਂ ਲੈਣੀ ਚਾਹੀਦੀ। ਫਿਰ ਦੂਜੀ ਗੱਲ, ਹੁਣ ਇਹਨਾਂ ਨੇ ਸਿਕਿਉਰਿਟੀ ਦਾ ਵਾਪਸ ਲੈ ਲਈ, ਫਿਰ ਮੈਂ ਕਹਾਂਗਾ ਯੂ ਟਰਨ ਸਰਕਾਰ ਹੈ, ਹਰ ਫੈਸਲੇ ਤੇ ਇਹਨਾਂ ਨੂੰ ਯੂ ਟਰਨ ਮਾਰਨਾ ਪੈਂਦਾ। ਪਹਿਲਾਂ ਫੈਸਲਾ ਲੈ ਲੈਂਦੇ ਨੇ, ਸੋਚਦੇ ਵਿਚਾਰਦੇ ਨਹੀਂ, ਸਲਾਹ ਮਸ਼ਵਰਾ ਕਰਦੇ ਨਹੀਂਗੇ, ਫੈਸਲਾ ਲੈ ਲੈਂਦੇ ਨੇ ਇਨਐਕਸਪੀਰੀਅੰਸ ਦੇ ਵਿੱਚ, ਤੇ ਬਾਅਦ ਦੇ ਵਿੱਚ ਜਦੋਂ ਉਹਦਾ ਵਿਰੋਧ ਹੁੰਦਾ ਹੈ ਤਾਂ ਇਹਨਾਂ ਨੂੰ ਯੂ ਟਰਨ ਮਾਰਨੀ ਪੈਂਦੀ ਹੈ। ਹੁਣ ਸਿੰਘ ਸਾਹਿਬ ਦੀ ਸਿਕਿਉਰਿਟੀ ਇਹਨਾਂ ਨੇ ਬਹਾਲ ਵੀ ਕਰ ਦਿੱਤੀ ਹੈ। ਜਿਹੜੇ ਆਪਣੇ ਬੱਲਾਂ ਵਾਲੇ ਸੰਤ ਨੇ, ਦੇਖੋ ਪਿੱਛੇ ਜਦੋਂ ਬਿਆਨਾਂ ਦੇ ਵਿੱਚ ਉਹਨਾਂ ਦਾ ਸੰਤਾਂ ਦਾ ਕਤਲ ਹੋਇਆ ਸੀ, ਜਿਹੜੇ ਪਹਿਲੇ ਸੀ, ਕਿੰਨਾ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਇਆ। ਸੋ ਸਿਕਿਉਰਿਟੀ ਇਸ ਲਈ ਦਿੱਤੀ ਜਾਂਦੀ ਹੈ, ਜਿਹੜੇ ਇਸ ਤਰ੍ਹਾਂ ਦੇ ਆਪਣਾ ਪਬਲਿਕ ਫਿਗਰ ਹੁੰਦੇ ਨੇ, ਉਹਨਾਂ ਦੀ ਜਾਨ ਮਾਲ ਦੀ ਰੱਖਿਆ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਪਰ ਇਹ ਸਰਕਾਰ ਹੈ, ਇਹ ਪਤਾ ਨਹੀਂ ਕਿਸ ਤਰ੍ਹਾਂ ਦੇ ਫੈਸਲੇ ਲੈ ਰਹੀ ਹੈ। ਹੁਣ ਜੇ ਮੈਂ ਇੱਕ ਤਰ੍ਹਾਂ ਗੱਲ ਕਰਾਂ ਤਾਂ ਪਾਰਸ਼ਲ ਫੈਸਲੇ ਵੀ ਲੈ ਰਹੀ ਹੈ। ਇਹਨਾਂ ਦੀ ਇੰਨੀ ਹਿੰਮਤ ਨਹੀਂ ਵੀ ਪੰਜਾਬ ਦੇ ਵਿੱਚ ਕਿਸੇ ਵੀ ਹਿੰਦੂ ਚਿਹਰਾ, ਜਿਹੜੇ ਜਿਵੇਂ ਆਪਣੇ ਸੁਪਰੀਮ ਪਾਵਰ ਨੇ, ਅਕਾਲ ਤਖਤ ਦੇ ਜਥੇਦਾਰ ਸਾਹਿਬ ਜਾਂ ਡੇਰਾ ਬਿਆਸ ਦੇ ਮੁਖੀ ਨੇ, ਬਾਬਾ ਗੁਰਿੰਦਰ ਸਿੰਘ ਸੰਤ ਬੱਲਾਂ ਵਾਲੇ ਨੇ, ਜਿਨ੍ਹਾਂ ਦੀ ਖਾਸ ਕਰ ਇਹਨਾਂ ਸਿਕਿਉਰਿਟੀ ਵਾਪਸ ਲਈ ਹੈ, ਕਿਸੇ ਵੀ ਆਰਐਸ ਦੇ ਨੁਮਾਇੰਦੇ ਦੀ ਇਹਨਾਂ ਦੀ ਹਿੰਮਤ ਪਈ ਹੈ ਸਿਕਿਉਰਿਟੀ ਵਾਪਸ ਲੈਣ ਦੀ। ਸੋ ਉੱਥੋਂ ਸ਼ੰਕਾ ਜ਼ਾਹਰ ਹੁੰਦਾ ਵੀ ਆਰਐਸਐਸ ਦੀ ਬੀ ਟੀਮ ਹੈ। ਸੋ ਪੰਜਾਬ ਦੇ ਵਿੱਚ ਕਿਸੇ ਨਾ ਕਿਤੇ ਇਹਨਾਂ ਦਾ ਮਾਹੌਲ ਖਰਾਬ ਕਰਨ ਦਾ ਜਾਂ ਨੀਅਤ ਲੱਗਦੀ ਹੈ, ਕਿਉਂਕਿ ਇਹ ਨਾਕਾਮ ਹੋ ਚੁੱਕੀ ਸਰਕਾਰ ਹੈ ਪਿਛਲੇ 2 ਮਹੀਨਿਆਂ ਦੇ ਵਿੱਚ। ਉਹਦਾ ਲੋਕਾਂ ਦਾ ਧਿਆਨ ਵਟਾਉਣ ਲਈ ਪਿੱਛੇ ਜਿਵੇਂ ਆਪਣਾ ਪਟਿਆਲਾ ਦੀ ਹਿੰਸਾ ਹੋਈ ਹੈ, ਇੰਟੈਲੀਜੈਂਸ ਦੇ ਦਫ਼ਤਰ ਤੇ ਅਟੈਕ ਹੋਇਆ, ਉਹ ਹੀ ਨਾਕਾਮੀਆਂ ਛਪਾਉਣ ਦੇ ਲਈ ਇਹ ਕੋਈ ਨਾ ਕੋਈ ਤੁਹਾਡੇ ਛੱਡ ਦਿੰਦੇ ਨੇ, ਜਿਹਦੇ ਨਾਲ ਲੋਕਾਂ ਦਾ ਧਿਆਨ ਭਟਕ ਜਾਂਦਾ ਹੈ। ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਇਹਨਾਂ ਨੂੰ ਸੋਚਣਾ ਵਿਚਾਰਨਾ ਚਾਹੀਦਾ ਹੈ ਕਿ ਆਪ ਤਾਂ ਸਟੇਜਾਂ ਤੋਂ ਕਹਿੰਦੇ ਹੁੰਦੇ ਸੀ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਨਾ ਹੈ। ਜੇ ਵੀਆਈਪੀ ਕਲਚਰ ਖਤਮ ਕਰਨਾ ਹੈ ਤਾਂ ਇੱਕ ਧਿਰ ਦਾ ਨਹੀਂ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਆਪਣਾ ਵੀਆਈਪੀ ਕਲਚਰ ਖਤਮ ਕਰਨਾ ਚਾਹੀਦਾ, ਜਿਹੜਾ ਧਾਮ ਧਾਮ ਰਾਗਲ ਚੱਡਾ ਵੀ ਲੈ ਕੇ ਚੰਡੀਗੜ੍ਹ ਦੀਆਂ ਪੰਜਾਬ ਦੀਆਂ ਸੜਕਾਂ ਤੇ ਘੁੰਮ ਰਹੇ ਨੇ, ਉਹਨੂੰ ਖਤਮ ਕਰਨਾ ਚਾਹੀਦਾ। ਇਹਨਾਂ ਨੂੰ ਖਤਰਾ ਇਹਦਾ ਇਮਾਨਦਾਰ ਲੋਕ ਨੇ, ਭਗਵੰਤ ਸਿੰਘ ਮਾਨ ਨੇ ਇਮਾਨਦਾਰ ਨੇ, ਉਹਨਾਂ ਨੂੰ ਪੰਜਾਬ ਦੇ ਲੋਕ ਇੰਨਾ ਕਹਿੰਦੇ ਮੈਨੂੰ ਪਿਆਰ ਕਰਦੇ ਨੇ, ਫਿਰ ਉਹਨਾਂ ਨੂੰ ਕਿਸ ਚੀਜ਼ ਦਾ ਫਿਕਰ ਹੈ? ਉਹ ਇਹਨਾਂ ਧਾਮ ਧਾਮ ਕੇ ਕਿਉਂ ਫਿਰਦੇ ਆ? ਅਰਵਿੰਦ ਕੇਜਰੀਵਾਲ ਜੀ ਨੂੰ ਇਹਨਾਂ ਨੇ ਪੰਜਾਬ ਦੀ ਐਕਸਟਰਾ ਸਿਕਿਉਰਿਟੀ ਦਿੱਤੀ, ਉਹਦਾ ਕੀ ਮਤਲਬ? ਇਹਨਾਂ ਨੇ ਉਹਨਾਂ ਨੂੰ ਕਾਹਦਾ ਖਤਰਾ? ਇਹਨੇ ਇਮਾਨਦਾਰ ਲੋਕਾਂ ਨੂੰ ਜੇ ਖਤਰਾ ਹੈ ਤਾਂ ਜਿਹੜੀ ਸ਼ਖਸੀਅਤ ਦੀ ਇਹਨੇ ਸਿਕਿਉਰਿਟੀ ਵਾਪਸ ਲਈ ਹੈ, ਜਿਨ੍ਹਾਂ ਨੇ ਅੱਤਵਾਦ ਦਾ ਕਾਲਾ ਦੌਰ ਝੱਲਿਆ ਹੈ, ਉਹਨਾਂ ਦੀ ਸਿਕਿਉਰਿਟੀ ਦੀ ਜ਼ਰੂਰਤ ਨਹੀਂ ਹੈਗੀ, ਉਹਨਾਂ ਦੀ ਜਾਨ ਮਾਲ ਦੀ ਜਾਂ ਸੁਰੱਖਿਆ ਦੀ ਲੋੜ ਨਹੀਂ ਹੈਗੀ। ਸੋ ਇੱਕ ਟੋਟਲੀ ਪਾਰਸ਼ਲ ਫੈਸਲਾ ਸਰਕਾਰ ਦਾ, ਤੇ ਇਹਨਾਂ ਨੂੰ ਇਹ ਵਿਚਾਰਨਾ ਚਾਹੀਦਾ। ਕਮਲ ਸੋਈ ਜੀ, ਤੁਹਾਡਾ ਪੱਖ ਜਾਣਨਾ ਚਾਹਾਂਗਾ। ਤੁਹਾਡਾ ਸਾਬਕਾ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ, ਉਹਨਾਂ ਦੀ ਵੀ ਸਿਕਿਉਰਿਟੀ ਜਿਵੇਂ ਘਟਾਈ ਗਈ ਹੈ, ਉਹਨਾਂ ਦੇ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਹੈ ਕਿ ਉਹ ਕੋਰਟ ਦੇ ਦਰਵਾਜ਼ੇ ਖੜਖੜਾਉਣਗੇ। ਇਸ ਤੋਂ ਪਹਿਲਾਂ ਪਰਮਿੰਦਰ ਪਿੰਕੀ, ਕਾਂਗਰਸ ਦੇ ਸਾਬਕਾ ਵਿਧਾਇਕ ਨੇ, ਉਹਨਾਂ ਵੱਲੋਂ ਵੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ। 2 ਸੁਰੱਖਿਆ ਕਰਮੀ ਤਾਂ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਪਹਿਲਾਂ ਹੀ ਤੈਨਾਤ ਸਨ, ਤੇ 2 ਹਾਈ ਕੋਰਟ ਦੇ ਵੱਲੋਂ ਉਹਨਾਂ ਨੂੰ ਹੋਰ ਦੇ ਦਿੱਤੇ ਗਏ। ਕਿਵੇਂ ਵੇਖਦੇ ਹੋ ਕਿ ਫਤਿਹ ਜੰਗ ਸਿੰਘ ਬਾਜਵਾ ਦਾ ਜੋ ਬਿਆਨ ਹੈ ਉਸ ਨੂੰ ਕਿਵੇਂ ਵੇਖਦੇ ਹੋ? ਮਾਨ ਸਰਕਾਰ ਵੱਲੋਂ ਜੇਕਰ ਸਿਕਿਉਰਿਟੀ ਵਾਪਸ ਵੀ ਲਈ ਗਈ ਹੈ ਤਾਂ ਇਸ ਦੇ ਵਿੱਚ ਕਿੰਨਾ ਕੁ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਲੋੜ ਥਾਣਿਆਂ ਨੂੰ ਹੈ ਉਹ ਥਾਣਿਆਂ ਨੂੰ ਹੋਣੀ ਚਾਹੀਦੀ ਹੈ, ਨਾ ਕਿ ਵੱਡੇ ਦਿੱਗਜਾਂ ਨੂੰ, ਵੱਡੇ ਲੀਡਰਾਂ ਨੂੰ? ਜੀ ਪਹਿਲਾਂ ਤੇ ਜੀ ਮੈਂ ਇਸ ਗੱਲ ਦੀ ਜਿਹੜੀ ਸਿਕਿਉਰਿਟੀ ਇਹਨਾਂ ਨੇ ਘਟਾਈ ਹੈਗੀ ਹੈ, ਲਾਅ ਐਂਡ ਆਰਡਰ ਸਟੇਟ ਸਬਜੈਕਟ ਹੈਗਾ। ਸੀਐਮ ਸਾਹਿਬ ਜਿਹੜੇ ਨੇ ਉਹ ਹੋਮ ਮਿਨਿਸਟਰ ਦੀ ਭੂਮਿਕਾ ਵੀ ਨਿਭਾ ਰਹੇ ਨੇ ਜੀ, ਤੇ ਦੂਜੇ ਪਾਸੇ ਇੰਟੈਲੀਜੈਂਸ ਏਜੰਸੀਜ਼ ਹੁੰਦੀਆਂ ਨੇ ਸੈਂਟਰਲ ਸਟੇਟ ਦੀਆਂ। ਹੋ ਸਕਦਾ ਹੈ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਿਆ ਹੋਵੇ ਕਿ ਜਿਹਨਾਂ ਦੀ ਵੀ ਸਿਕਿਉਰਿਟੀ ਘਟਾਈ ਗਈ ਹੈਗੀ ਹੈ ਉਹਨਾਂ ਨੂੰ ਕੋਈ ਥ੍ਰੈਟ ਪਰਸੈਪਸ਼ਨ ਦੇਖ ਕੇ ਸਿਕਿਉਰਿਟੀ ਦਿੱਤੀ ਜਾਂਦੀ ਹੈਗੀ ਹੈ, ਥ੍ਰੈਟ ਪਰਸੈਪਸ਼ਨ ਦੇਖ ਕੇ ਸਿਕਿਉਰਿਟੀ ਘਟਾਈ ਜਾਂਦੀ ਹੈਗੀ ਹੈ ਜੀ। ਲੇਕਿਨ ਇੱਥੇ ਮੈਨੂੰ ਬੜੀ ਨਾ ਇੱਕ ਪੋਲੀਟੀਕਲ ਐਂਗਲ ਜਿਹਾ ਲੱਗ ਰਿਹਾ ਹੈ ਕਿ ਚਲੋ ਮੈਂ ਸਾਰੇ ਬੀਇੰਗ ਸਿੱਖ ਸਾਰੇ ਹੀ ਸਿੱਖ ਪੰਥ ਨੂੰ ਆ ਲੱਗਦਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਨੂੰ ਸਿਕਿਉਰਿਟੀ ਹੋਣੀ ਚਾਹੀਦੀ ਹੈ, ਕਿਉਂਕਿ ਉਹ ਸਿੱਖ ਪੰਥ ਦੀਆਂ ਮਰਿਆਦਾਵਾਂ ਦੇ ਇੱਕ ਪਹਿਰੇਦਾਰ ਨੇ। ਦੂਜੇ ਪਾਸੇ ਗੌਰਵ ਸੰਧੂ ਹੋਣਾ ਦਾ ਕਹਿਣਾ ਜੀ ਆਰਐਸਐਸ ਦੇ ਵਰਕਰਾਂ ਦੀ ਨਹੀਂ ਘਟਾਈ ਗਈ ਤੇ ਸਾਡੀ ਕਾਂਗਰਸੀਆਂ ਦੀ ਘਟਾਈ ਗਈ। ਅਕਰੋਸ ਦੀ ਬੋਰਡ ਹੀ ਸਿਕਿਉਰਿਟੀ ਜਿਹੜੀ ਹੈ ਹੋਮ ਮਿਨਿਸਟਰ ਸਾਹਿਬ ਜਾਂ ਭਗਵੰਤ ਮਾਨ ਉਹਨਾਂ ਦੀ ਰਹਿਨੁਮਾਈ ਥੱਲੇ ਘਟਾਈ ਗਈ ਹੈਗੀ ਹੈ, ਜਿਨ੍ਹਾਂ 'ਚ ਸਾਡੇ ਮੇਨ ਜਿਹੜੇ ਚੀਫ ਸਪੋਕ ਪਰਸਨ ਅਨਿਲ ਸਰੀਨ ਜੀ ਹੋ ਗਏ,
ਹੋਰ ਸਾਡੇ ਕਈ ਸਾਰੇ ਆਗੂ ਜਿਹੜੇ ਸਾਡੇ ਨਾਲ ਜੁੜੇ ਨੇ ਪਿਛਲੇ ਸਮੇਂ ਦੌਰਾਨ, ਹਰਜੋਤ ਕਮਲ ਹੋਣੀ ਹੋ ਗਏ, ਫਤਿਹ ਬਾਜਵਾ ਹੋਣੀ ਹੋ ਗਏ, ਹੋਰ ਕਾਫੀ ਸਾਰੇ ਜਿਹੜੇ ਸਾਡੇ ਨਾਲ ਬੀਜੇਪੀ ਦੇ ਆਗੂ ਨੇ, ਉਹਨਾਂ ਦੀ ਸਿਕਿਉਰਿਟੀ ਘਟਾਈ ਗਈ ਹੈਗੀ ਹੈ। ਬਟ ਲੇਕਿਨ ਇਹਦੇ ਚ ਡਿਊਲ ਸਟੈਂਡਰਡ ਵੀ ਨਜ਼ਰ ਆਉਂਦਾ ਹੈ। 72 ਕਮਾਂਡੋਜ਼ ਤੁਸੀਂ ਕੇਜਰੀਵਾਲ ਸਾਹਿਬ ਨੂੰ ਦਿੱਲੀ ਭੇਜ ਦਿੱਤੇ, ਦੂਸਰੇ ਪਾਸੇ ਰਾਘਵ ਚੱਡਾ ਹੋਣੀ 27-28 ਬੰਦਿਆਂ ਦੀ ਸਿਕਿਉਰਿਟੀ ਲੈ ਕੇ ਚੱਲ ਰਹੇ ਨੇ, ਅੱਗੇ ਸਿਕਿਉਰਿਟੀ ਜਿਪਸੀ ਅੱਗੇ ਚੱਲ ਰਹੀ ਹੈ, ਪਿੱਛੇ ਸਕਾਟ ਚੱਲ ਰਹੀ ਹੈ। ਭਗਵੰਤ ਮਾਨ ਉਹਨਾਂ ਦੀ ਸਿਸਟਰ ਨੂੰ 40-45 ਕਮਾਂਡੋ ਮਿਲੇ ਹੋਏ ਨੇ। ਇਸ ਤਰ੍ਹਾਂ ਇਹਨਾਂ ਦੇ ਜਿੰਨੇ ਵੀ ਇਹਨਾਂ ਦੇ ਵਰਕਰ ਨੇ ਜਾਂ ਕਾਰਕੁਨ ਨੇ, ਉਹਨਾਂ ਨੂੰ ਇਹਨਾਂ ਨੇ ਪੂਰੀ ਲਾਮਬੰਦ ਸਿਕਿਉਰਿਟੀ ਦਿੱਤੀ ਹੋਈ ਹੈ। ਉਹ ਲੱਗਦਾ ਹੈਗਾ ਕਿਤੇ ਨਾ ਇਹ ਕੋਈ ਕੰਪਰੋਮਾਈਜ਼ ਕਿਤੇ ਚੱਲ ਰਿਹਾ ਹੈਗਾ ਕਿ ਕਿਤੇ ਸਾਡੇ ਜਿਹੜੇ ਪੰਜਾਬ ਦੇ ਜੇ 424 ਬੰਦਿਆਂ ਚੋਂ ਕਾਫੀ ਸਾਰੀ ਮੈਂ ਜੋ ਲਿਸਟ ਦੇਖੀ ਹੈ, ਉਹਦੇ ਚ ਕਾਫੀ ਸਾਰੀ ਬਿਊਰੋਕਰੇਟ ਹੈ, ਕਾਫੀ ਸਾਰੇ ਪੁਲਿਸ ਆਫੀਸਰਸ ਨੇ। ਹੋ ਸਕਦਾ ਹੈ ਇੰਟੈਲੀਜੈਂਸ ਏਜੰਸੀ ਸੋਰਸਸ ਲੱਗਿਆ ਹੋਏਗਾ, ਇਹਨਾਂ ਨੂੰ ਸਿਕਿਉਰਿਟੀ ਦੀ ਜ਼ਰੂਰਤ ਨਹੀਂ ਹੈਗੀ। ਪਰ ਜਿਸ ਬੰਦੇ ਦੀ ਥ੍ਰੈਟ ਪਰਸੈਪਸ਼ਨ ਹੈਗੀ ਹੈ, ਜੇ ਉਹਦੀ ਸਿਕਿਉਰਿਟੀ ਨਾਲ ਅਸੀਂ ਕੰਪਰੋਮਾਈਜ਼ ਕਰਦੇ ਆ, ਜੇ ਖੁਦਾ ਨਾ ਖਾਸਤਾ ਕੋਈ ਘਟਨਾ ਹੋ ਜਾਂਦੀ ਹੈ ਤੇ ਮਾਨ ਸਾਹਿਬ ਨੂੰ ਫਿਰ ਫੁੱਟ ਐਂਡ ਮਾਊਥ ਡਿਸੀਜ਼ ਜਿਹੜੀ ਹੈਗੀ ਹੈ ਕਿ ਫਟਾਫਟ ਹੀ ਆਪਣਾ ਫੈਸਲਾ ਵਾਪਸ ਲਿਆ, ਜਿੱਦਾਂ ਜਥੇਦਾਰ ਅਕਾਲ ਤਖਤ ਦੇ ਮਾਮਲੇ ਵਿੱਚ ਉਹਨਾਂ ਨੇ ਫੈਸਲਾ ਵਾਪਸ ਲਿਆ। ਮੈਨੂੰ ਸੁਣਨ ਨੂੰ ਪਤਾ ਲੱਗਿਆ ਕਿ ਰਾਧਾ ਸਵਾਮੀ ਸਤਸੰਗ ਬਿਆਸ ਵਾਲੇ ਕੇਸ 'ਚ ਵੀ ਵਾਪਸ ਲੈ ਲਿਆ ਗਿਆ ਹੈਗਾ, ਹੋਰ ਕਈ ਸੰਤਾਂ ਦੀ ਸਿਕਿਉਰਿਟੀ 'ਚ ਵੀ ਵਾਪਸ ਲੈ ਲਿਆ ਗਿਆ। ਨਾਨਕਸਰ ਬਾਬਾ ਨਾਨਕਸਰ ਉਹਨਾਂ ਦੀ ਵੀ ਸਿਕਿਉਰਿਟੀ ਇਹਨਾਂ ਨੇ, ਲੱਖਾ ਸਿੰਘ ਹੋਣੀ ਦੂਜੇ ਸੰਤਾਂ ਦੀ ਵੀ ਸਿਕਿਉਰਿਟੀ ਇਹਨਾਂ ਨੇ ਘਟਾ ਦਿੱਤੀ ਹੈ ਜਾਂ ਵਾਪਸ ਲੈ ਲਈ ਹੈਗੀ ਹੈ। ਕਿਤੇ ਇਹਨਾਂ ਨਾਲ ਮੈਨੂੰ ਲੱਗਦਾ ਕਿ ਸਰਕਾਰ ਸ਼ਾਇਦ ਜਿਹੜੀ ਗਵਰਨੈਂਸ ਹੈ ਜਾਂ ਜਿਹੜੇ ਡਾਇਰੈਕਸ਼ਨਸ ਨੇ, ਉਹ ਬਿਊਰੋਕ੍ਰੇਸੀ ਨੂੰ ਜਾਂ ਪੁਲਿਸ ਅਫੀਸ਼ੀਅਲਸ ਨੂੰ ਸਹੀ ਢੰਗ ਨਾਲ ਨਹੀਂ ਦਿੱਤੀਆਂ ਜਾ ਰਹੀਆਂ ਤਾਂ ਕਿ ਉਹ ਲਾ ਐਂਡ ਆਰਡਰ ਨੂੰ ਮੇਨਟੇਨ ਕਰ ਸਕਣ। ਤੁਹਾਨੂੰ ਚੰਨੀ ਜੀ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ 50-60 ਦਿਨਾਂ ਦੇ ਵਿੱਚ 70-80 ਮਰਡਰ ਹੋ ਗਏ, ਕਿੰਨੇ ਗੈਂਗਸਟਰ ਵਾਰਸ ਹੋ ਗਈਆਂ, ਕਿਤੇ ਜਿੱਦਾਂ ਸਾਡੇ ਇੰਟੈਲੀਜੈਂਸ ਹੈੱਡਕੁਆਟਰ ਦੇ ਉੱਪਰ ਹਮਲਾ ਹੋਇਆ, ਤੇ ਕਿਤੇ ਨਾ ਕਿਤੇ ਐਂਟੀ ਸੋਸ਼ਲ ਐਲੀਮੈਂਟਸ ਜਾਂ ਗੈਂਗਸਟਰਸ ਜਿਹੜੇ ਨੇ ਉਹ ਸਿਰ ਚੁੱਕੇ ਹੋਏ ਨੇ। ਤੇ ਉਹਨਾਂ ਦੇ ਸਿਰ ਚੁੱਕੇ ਹੋਣ ਨਾਲ ਜਿਹੜੇ ਆਗੂ ਨੇ, ਜਿਹੜੇ ਪੋਲੀਟੀਕਲ ਫੀਲਡ ਦੇ ਵਿੱਚ, ਪਬਲਿਕ ਫੀਲਡ ਦੇ ਵਿੱਚ ਆਗੂ ਹੈਗੇ ਨੇ, ਉਹ ਬੋਲਦੇ ਨੇ, ਉਹਨਾਂ ਨੂੰ ਉਹਨਾਂ ਦੀ ਜਾਨ ਨੂੰ ਖਤਰਾ ਤੇ ਹੈ ਹੀ ਹੈ। ਤੇ ਜੇ ਕੋਈ ਏਦਾਂ ਦੀ ਘਟਨਾ ਹੋ ਜਾਂਦੀ ਹੈ ਤੇ ਪੰਜਾਬ 'ਚ ਮੈਨੂੰ ਲੱਗਦਾ ਕਿ ਲਾ ਐਂਡ ਆਰਡਰ ਹੋਰ ਖਰਾਬ ਹੋ ਸਕਦਾ ਹੈ। ਦੇ ਸ਼ੁੱਡ ਬੀ ਵੈਰੀ ਕੌਸ਼ੀਅਸ ਇਨ ਟੇਕਿੰਗ ਥੀਸ ਡਿਸੀਜਨਸ, ਤਾਂ ਕਿ ਪੰਜਾਬ ਦੀ ਜਿਹੜੀ ਇਸ ਵਕਤ ਦੀ ਲਾ ਐਂਡ ਆਰਡਰ ਸਿਚੁਏਸ਼ਨ ਜਿਹੜੀ ਖਰਾਬ ਹੋਈ ਪਈ ਹੈ ਹੋਰ ਨਾ ਹੋ ਜਾਵੇ ਤੇ ਇਹਨਾਂ ਨੂੰ ਸਾਰਾ ਸਿਸਟਮ ਜਿਹੜਾ ਖਰਾਬ ਹੋਇਆ ਪਿਆ। ਦੇਖੋ, ਅਸੀਂ ਇਸ ਗੱਲ ਦਾ ਸਵਾਗਤ ਕਰਦੇ ਹਾਂ ਕਿ ਜਿਸ ਨੂੰ ਸਿਕਿਉਰਿਟੀ ਨਹੀਂ ਚਾਹੀਦੀ, ਸਿਰਫ ਇੱਕ ਡੈਕੋਰੇਸ਼ਨ ਪੀਸ ਬਣ ਕੇ ਜਾਂ VIP ਸਟੇਟਸ ਵਾਸਤੇ ਸਿਕਿਉਰਿਟੀ ਨਹੀਂ ਦੇਣੀ ਚਾਹੀਦੀ। ਲੇਕਿਨ ਜਿੱਥੇ ਥ੍ਰੈਟ ਪਰਸੈਪਸ਼ਨ ਹੈਗੀ ਹੈ, ਉਹਦੀ ਪ੍ਰੋਪਰ ਐਨਾਲਿਸਿਸ ਕਰਕੇ ਤੇ ਉਹਨਾਂ ਨੂੰ ਸਿਕਿਉਰਿਟੀ ਦੇਣੀ ਚਾਹੀਦੀ ਹੈ। ਤੇ ਆ ਨਹੀਂ ਹੋਣਾ ਚਾਹੀਦਾ ਕਿ ਆਪਣੇ ਬੰਦਿਆਂ ਨੂੰ ਤੇ ਵੱਡੀਆਂ ਜਿਪਸੀਆਂ ਦੇ ਦਿਓ ਤੇ ਇਹ ਵੱਡੇ ਲੰਬੇ ਕਮਾਂਡੋਜ਼ ਦੇ ਦਿਓ, ਤੇ ਦੂਸਰੇ ਬੰਦਿਆਂ ਨੂੰ ਤੁਸੀਂ ਐਂਟੀ ਸੋਸ਼ਲ ਐਲੀਮੈਂਟ ਜਾਂ ਟੈਰਰਿਸਟ ਦੇ ਆਰਗੇਨਾਈਜੇਸ਼ਨ ਦੇ ਸਾਹਮਣੇ ਤੁਸੀਂ ਭੇਡ ਬੱਕਰੀਆਂ ਵਾਂਗੂ ਸੁੱਟ ਦਿਓ। ਮੈਨੂੰ ਲੱਗਦਾ ਹੈ ਕਿ ਰੀਕਨਸੀਡਰ ਕਈ ਇਹਨਾਂ ਦੇ ਫੈਸਲੇ ਹੈਗੇ ਨੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ 'ਚ ਵਿਸ਼ਵਾਸ ਹੋਵੇ ਕਿ ਆ ਖੁਦ VIP ਕਲਚਰ ਨੂੰ ਬੜਾਵਾ ਨਹੀਂ ਦੇਣਗੇ ਤੇ ਜਿਹੜਾ ਬਿਲਕੁਲ ਇੱਕ ਜੈਨੂਅਨ ਕੰਮ ਹੈਗਾ ਉਹ ਕਰਨਗੇ। ਜੀ ਸੱਜਣ ਸਿੰਘ ਜੀ, ਤੁਹਾਡਾ ਪੱਖ ਜਾਨਣਾ ਚਾਹਾਂਗਾ। ਵੱਖ ਪਾਰਟੀਆਂ ਵੱਲੋਂ ਤਾਂ ਆਪੋ ਆਪਣੇ ਪੱਖ ਰੱਖ ਦਿੱਤੇ ਗਏ ਨੇ, ਪਰੰਤੂ ਸਿਕਿਉਰਿਟੀ ਜੇਕਰ ਦੇਖਿਆ ਜਾਵੇ, ਮਾਨ ਸਰਕਾਰ ਵੱਲੋਂ ਸ਼ੁਰੂ ਤੋਂ ਹੀ ਇਹ ਗੱਲ ਬੋਲੀ ਗਈ ਸੀ ਕਿ ਅਸੀਂ ਪੁਲਿਸ ਨੂੰ ਥਾਣਿਆਂ ਦੇ ਵਿੱਚ ਰੱਖਾਂਗੇ, ਨਾ ਕਿ ਵੱਡੇ VIPਾਂ ਦੇ ਨਾਲ। ਕਿਉਂਕਿ ਜੇਕਰ VIPਾਂ ਨੂੰ ਹੁਣ ਕਹਿੰਦੇ ਨੇ ਕਿ ਸਿਕਿਉਰਿਟੀ ਘਟਾਈ ਗਈ ਹੈ, ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜੇਕਰ ਤੁਹਾਡੀ ਸਿਕਿਉਰਿਟੀ ਘਟਾਈ ਗਈ ਹੈ, ਉਸ ਦੇ ਪਿੱਛੇ ਕਾਰਨ ਕੀ ਹੈ? ਕਿਉਂ ਤੁਸੀਂ ਰਾਜਨੀਤੀ ਦੇ ਵਿੱਚ ਆਏ ਹੋ? ਮਾਨ ਸਰਕਾਰ ਤਾਂ ਸਿੱਧੇ ਤੌਰ ਤੇ ਇਹ ਵੀ ਕਹਿੰਦੀ ਦਿਖਾਈ ਦਿੱਤੀ ਹੈ ਕਿ ਜੇਕਰ ਤੁਹਾਨੂੰ ਰਾਜਨੀਤੀ ਦੇ ਵਿੱਚ ਆ ਕੇ ਵੀ ਡਰ ਲੱਗਦਾ ਹੈ, ਫਿਰ ਤੁਹਾਨੂੰ ਰਾਜਨੀਤਿਕ ਦੇ ਵਿੱਚ ਆਉਣ ਦਾ ਕੀ ਲੋੜ ਹੈ? ਤੁਸੀਂ ਕੋਈ ਹੋਰ ਕੰਮ ਕਰ ਲਓ। ਤੁਸੀਂ ਕਿਵੇਂ ਵੇਖਦੇ ਹੋ ਇਸ ਮਸਲੇ ਨੂੰ ਕਿ ਅੱਜ ਜੋ ਸਿਕਿਉਰਿਟੀ ਘਟਾਈ ਗਈ ਹੈ ਉਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਕਿ ਲੱਗਦਾ ਹੈ ਕਿ ਪੁਲਿਸ ਨੂੰ ਸਿਰਫ ਥਾਣਿਆਂ ਦੇ ਵਿੱਚ ਰਹਿਣਾ ਚਾਹੀਦਾ ਹੈ? ਕਿਉਂਕਿ ਪੰਜਾਬ ਦਾ ਜੋ ਮਾਹੌਲ ਹੈ, ਲਾਅ ਐਂਡ ਆਰਡਰ ਹੈ, ਪਿਛਲੇ ਦਿਨਾਂ ਦੇ ਵਿੱਚ ਅਸੀਂ ਵੀ ਵੇਖਿਆ, ਉਹਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਜ਼ਰੂਰ ਪਾਈ ਗਈਆਂ। ਜੀ ਸੱਜਣ ਜੀ। ਚਰਨਜੀਤ ਜੀ, ਬੜਾ ਸੈਂਸਿਟਿਵ ਇਸ਼ੂ ਹੈ। ਮੈਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਮਹਿਸੂਸ ਕਰਦਾ ਕਿ ਇਹਦੇ ਲਈ ਸੈਂਟਰਲ ਏਜੰਸੀਜ਼, ਸਟੇਟ ਏਜੰਸੀਜ਼ ਦੀ ਪ੍ਰੋਪਰ ਕੋਆਰਡੀਨੇਸ਼ਨ ਬੜੀ ਜ਼ਬਰਦਸਤ ਜ਼ਰੂਰਤ ਹੈ ਇਹਦੀ। ਜੇ ਉਹ ਪ੍ਰੋਪਰਲੀ ਕੋਆਰਡੀਨੇਟ ਕਰਦੇ ਨੇ ਤੇ ਬਹੁਤ ਸਾਰੇ ਮਸਲੇ ਹੱਲ ਹੋ ਜਾਂਦੇ ਨੇ। ਇੱਕ ਇੰਡੀਪੈਂਡੈਂਟ ਨਿਰਪੱਖ ਹੋ ਕੇ ਇੱਕ ਐਨਾਲਿਸਿਸ ਹੋਣਾ ਚਾਹੀਦਾ ਕਿ ਕਿੱਥੇ ਸਿਕਿਉਰਿਟੀ ਦੀ ਜ਼ਰੂਰਤ ਹੈ ਤੇ ਕਿੱਥੇ ਨਹੀਂ ਹੈ। ਜੀ, ਇਹਦੇ ਵੱਖ-ਵੱਖ ਪਹਿਲੂ ਨੇ। ਬਹੁਤ ਸਾਰੇ ਜਗ੍ਹਾਵਾਂ ਐਸੀਆਂ ਨੇ, ਬਹੁਤ ਸਾਰੇ ਲੋਕ ਐਸੇ ਨੇ ਅਜੇ ਵੀ ਅਸੀਂ ਪੰਜਾਬ ਦੀ ਸਿਚੁਏਸ਼ਨ ਨੂੰ ਦੇਖਦਿਆਂ ਹੋਇਆਂ ਉਹਨਾਂ ਨੂੰ ਸਿਕਿਉਰਿਟੀ ਦੀ ਕਿਤੇ ਨਾ ਕਿਤੇ ਜ਼ਰੂਰਤ ਮੈਨੂੰ ਲੱਗਦਾ ਕਿ ਹੈ। ਲੇਕਿਨ ਕਿੰਨੀ ਹੈ
ਇਹ ਏਜੰਸੀਜ਼ ਤੈਅ ਕਰ ਸਕਦੀਆਂ ਨੇ ਕਿਸ ਪੱਧਰ ਤੱਕ, ਕਿਸ ਲੈਵਲ ਤੱਕ ਉਹਨਾਂ ਲੋਕਾਂ ਨੂੰ ਉਸ ਚੀਜ਼ ਦਾ ਖਤਰਾ ਹੈ ਜੀ। ਦੂਸਰਾ, ਇਹਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਸਾਨੂੰ ਇਹ ਚੀਜ਼ ਨਹੀਂ ਭੁੱਲਣੀ ਚਾਹੀਦੀ, ਇਹ ਸਿਕਿਉਰਿਟੀ ਬਹੁਤ ਸਾਰੇ ਲੋਕਾਂ ਦਾ ਸੋਸ਼ਲ ਸਟੇਟਸ ਵੀ ਬਣਾ ਲਿਆ ਲੋਕਾਂ ਨੇ। ਉਹ ਲੋਕ ਜਿਹੜੇ ਇਸ ਚੀਜ਼ ਦੀ, ਮੈਂ ਸਮਝਦਾ ਕਿ ਉੱਥੇ ਇਸ ਦੀ ਮਿਸਯੂਟੀਲਾਈਜੇਸ਼ਨ ਹੈ। ਸੋਸ਼ਲ ਸਟੇਟਸ ਬਣਾ ਕੇ ਇਹਨੂੰ ਜੇ ਤੁਸੀਂ ਵਿਚਰਦੇ ਹੋ ਸਮਾਜ ਦੇ ਵਿੱਚ, ਫਿਰ ਉੱਥੇ ਇਸ ਦੀ ਜ਼ਰੂਰਤ ਨਹੀਂ ਹੈ ਜੀ। ਇਸ ਤਰ੍ਹਾਂ ਦੀਆਂ ਵੀ ਐਗਜ਼ਾਮਪਲਸ ਮਿਲਦੀਆਂ ਨੇ ਵੀ ਬਹੁਤ ਸਾਰੇ ਸਿਕਿਉਰਿਟੀ ਪਰਸਨਲ ਜਿਹੜੇ ਹੈਗੇ ਆ ਜ਼ਿੰਦਗੀ ਦੇ ਕਾਫੀ ਸਰਵਿਸ ਪੋਲੀਟੀਕਲ ਲੋਕਾਂ ਦੇ ਘਰਾਂ ਦੇ ਵਿੱਚ ਹੀ ਕੱਟ ਗਏ। ਕਈ ਲੋਕ ਤਾਂ ਉੱਥੋਂ ਰਿਟਾਇਰ ਵੀ ਹੋ ਗਏ। ਸੋ ਇਹਦਾ ਮੂਲਾਂਕਣ ਕਰਨਾ ਬਣਦਾ, ਇਹਦਾ ਐਨਾਲਿਸਿਸ ਕਰਨਾ ਵੀ ਬਣਦਾ। ਜਿੱਥੇ ਐਕਸੈਸਿਵ ਹੈ ਉੱਥੇ ਵਿਡਰਾ ਕਰਨੀ ਵੀ ਬਣਦੀ ਹੈ, ਲੇਕਿਨ ਨਾਲ ਦੇ ਨਾਲ ਜਿਹੜੇ ਸੈਂਸਿਟਿਵ ਪੁਆਇੰਟ ਨੇ ਏਜੰਸੀਜ਼ ਦੇ ਕੋਲ ਇਸ ਦੀ ਇਨਫੋਰਮੇਸ਼ਨ ਹੈ, ਸਾਰੀ ਉਹਨਾਂ ਨੂੰ ਪਤਾ ਹੈ, ਉਹਨੂੰ ਧਿਆਨ 'ਚ ਰੱਖਦਿਆਂ ਹੋਇਆਂ ਇਹ ਕੰਮ ਜ਼ਰੂਰ ਲੋੜੀਂਦੀ ਜੋ ਸਿਕਿਉਰਿਟੀ ਹੈ ਉਹ ਜ਼ਰੂਰ ਦੇਣੀ ਚਾਹੀਦੀ ਹੈ। ਇੱਕ ਇਸ਼ੂ ਹੋਰ ਨਾਲ ਹੈ ਇਹਦੇ ਨਾਲ ਜੁੜਿਆ ਹੋਇਆ, ਜਿਹੜਾ ਮੈਂ ਸਮਝਦਾ ਕਿ ਅਸੀਂ ਜੋ ਮਾਹੌਲ ਬਣਦਾ ਹੈ ਜਾਂ ਪੰਜਾਬ ਦੀ ਜੋ ਸਿਚੁਏਸ਼ਨ ਹੈ ਉਹਨੂੰ ਇੰਪਰੂਵ ਕਰਨ ਦੇ ਵਿੱਚ ਆਪਾਂ ਕੀ ਕੰਟਰੀਬਿਊਟ ਕਰ ਸਕਦੇ ਹਾਂ ਜੀ। ਜੇ ਪੰਜਾਬ ਦਾ ਮਾਹੌਲ ਅੱਛਾ ਹੋਵੇ, ਸੁਹਾਵਾਂ ਹੋਵੇ, ਵਧੀਆ ਹੋ ਜਾਏ ਤੇ ਸ਼ਾਇਦ ਸਿਕਿਉਰਿਟੀ ਕਾਫੀ ਘਟਾਈ ਜਾ ਸਕਦੀ ਹੈ। ਜਿਸ ਢੰਗ ਦੇ ਨਾਲ ਮੈਂ ਜ਼ਰੂਰ ਗੱਲ ਕਰਾਂਗਾ, ਇਸ ਗੱਲ ਦੀ ਜ਼ਿਕਰ ਕਰਾਂਗਾ ਕਿ ਅਗਰ ਗੈਂਗਸਟਰ ਪੈਦਾ ਹੁੰਦੇ ਨੇ, ਨਸ਼ਿਆਂ ਦਾ ਵਪਾਰ ਵੱਧਦਾ, ਉਹਦੇ ਨਾਲ ਇਸ ਤਰ੍ਹਾਂ ਦੀਆਂ ਅਣਸੁਖਾਵੀਆਂ ਘਟਨਾ ਵਾਪਰ ਸਕਦੀਆਂ ਨੇ। ਉਹਦੇ ਨਾਲ ਆਵਾਜ਼ ਚੁੱਕਣ ਵਾਲੇ ਲੋਕ, ਇਹਨਾਂ ਸਿਸਟਮ ਦੇ ਖਿਲਾਫ ਲੜਨ ਵਾਲੇ ਲੋਕ, ਨਸ਼ਿਆਂ ਦੇ ਖਿਲਾਫ ਲੜਨ ਵਾਲੇ ਲੋਕ, ਉਹਨਾਂ ਨੂੰ ਇਸ ਚੀਜ਼ ਤੋਂ ਕਾਫੀ ਖਦਸ਼ਾ ਹੋ ਸਕਦਾ ਇਹਨਾਂ ਲੋਕਾਂ ਨੂੰ। ਸੋ ਇਹ ਚੀਜ਼ ਬੜੀ, ਇਹਨੂੰ ਓਵਰਆਲ ਐਨਾਲਿਸਿਸ ਕਰਕੇ ਦੇਖਣਾ ਚਾਹੀਦਾ। ਸਿਕਿਉਰਿਟੀ ਜਿਹੜੀ ਹੈਗੀ ਆ, ਪੋਲੀਟੀਕਲ ਪਰਸਨਲ ਵੀ ਜਿਹੜੇ ਹੈਗੇ ਆ, ਮੇਰੀ ਤਾਂ ਇੱਕ ਬੇਨਤੀ ਹੈ ਕਿ ਉਹਨਾਂ ਨੂੰ ਸੋਸ਼ਲ ਜਿਹੜਾ ਹੈਗਾ ਇੱਕ ਸਿੰਬਲ ਬਣਾ ਕੇ ਇਹਨੂੰ ਨਾ ਯੂਜ਼ ਕਰਨ। ਜਿੱਥੇ ਵਾਕਿਆ ਹੀ ਜ਼ਰੂਰਤ ਹੈਗੀ ਹੈ ਉੱਥੇ ਇਹਦੀ ਜ਼ਰੂਰਤ ਹੋਣੀ ਚਾਹੀਦੀ ਹੈ, ਔਰ ਮਾਨ ਸਰਕਾਰ ਇਹਦੇ ਉੱਤੇ ਇਮਾਨਦਾਰੀ ਦੇ ਨਾਲ ਐਨਾਲਿਸਿਸ ਕਰੇ। ਸੈਂਟਰਲ ਏਜੰਸੀਜ਼ ਦਾ, ਸਟੇਟ ਏਜੰਸੀਜ਼ ਦਾ ਕੋਆਰਡੀਨੇਸ਼ਨ ਬਣਾ ਕੇ ਇੱਕ ਇੰਡੀਪੈਂਡੈਂਟ, ਉਹਦੇ ਵਿੱਚ ਇਹਨਾਂ ਦੇ ਕੋਲ ਸਾਰੇ ਇਨਫੋਰਮੇਸ਼ਨ ਹੁੰਦੀ ਹੈ, ਉਹਦੇ ਬੇਸ ਦੇ ਉੱਤੇ ਇਹਦੇ ਡਿਸੀਜਨ ਲਿੱਤੇ ਜਾਣੇ ਚਾਹੀਦੇ ਨੇ, ਮੈਂ ਮਹਿਸੂਸ ਕਰਦਾ। ਸੱਜਣ ਜੀ, ਇਸ ਵਾਰ ਗੱਲ ਮੇਰੀ ਇਹ ਹੈ, ਤੁਸੀਂ ਇਸ ਗੱਲ ਦਾ ਜਵਾਬ ਨਹੀਂ ਦੇ ਪਾਏ ਕਿ ਜਿਹੜੀ ਸਿਕਿਉਰਿਟੀ ਲੋੜ ਹੈ, ਜੇਕਰ ਤੁਸੀਂ ਰਾਜਨੀਤੀ ਦੇ ਵਿੱਚ ਆ ਕੇ ਵੀ ਸਿਕਿਉਰਿਟੀ ਭਾਲਦੇ ਹੋ, ਤੁਸੀਂ ਕਰਨ ਤਾਂ ਸੇਵਾ ਆ ਰਹੇ ਹੋ, ਫਿਰ ਵੀ ਤੁਹਾਨੂੰ ਸਿਕਿਉਰਿਟੀ ਦੀ ਲੋੜ ਹੈ, ਤਾਂ ਇਹ ਸਵਾਲ ਨਹੀਂ ਖੜਾ ਹੁੰਦਾ ਕਿਉਂਕਿ ਸੇਵਾ ਕਰਨ ਵਾਲੇ ਨੂੰ ਕਿਸ ਸਿਕਿਉਰਿਟੀ ਦੀ ਲੋੜ ਹੋਵੇ? ਮੈਂ ਸਮਝਦਾ ਵੀ ਸੇਵਾ ਤੋਂ ਉੱਪਰ ਉੱਠ ਕੇ ਸਵਾਲ ਹੈ। ਸੇਵਾ ਕਰਨਾ ਚਾਹੁੰਦਾ, ਸੇਵਾ ਕਰਨ ਵਾਲੇ ਜਿਹੜੇ ਓਨੈਸਟ ਲੋਕ ਨੇ, ਇਮਾਨਦਾਰ ਲੋਕ ਨੇ, ਉਹਨਾਂ ਦੀ ਜਾਨ ਨੂੰ ਵੀ ਕਈ ਜਗ੍ਹਾ ਖਤਰਾ ਹੈ। ਮੈਂ ਮਹਿਸੂਸ ਕਰਦਾ ਜੀ, ਪੰਜਾਬ ਦੀ ਸਿਚੁਏਸ਼ਨ ਦੇ ਵਿੱਚ ਜਿਹੜਾ ਐਂਟੀ ਸੋਸ਼ਲ ਐਲੀਮੈਂਟ ਹੁੰਦਾ ਹੈ ਜੀ, ਉਹ ਕਈ ਵਾਰ ਇਸ ਚੀਜ਼ ਦਾ ਨਜਾਇਜ਼ ਫਾਇਦਾ ਉਠਾਉਂਦਾ। ਤੁਸੀਂ ਜਦ ਖੁੱਲ ਕੇ ਆਵਾਜ਼ ਉਠਾਉਂਦੇ ਹੋ ਕਿਸੇ ਚੀਜ਼ ਸਿਸਟਮ ਦੇ ਖਿਲਾਫ, ਸਪੋਜ਼ ਕਰੋ ਨਸ਼ਿਆਂ ਦੇ ਖਿਲਾਫ ਤੁਸੀਂ ਲੜਾਈ ਲੜਨਾ ਚਾਹੁੰਦੇ ਹੋ, ਵੱਡੇ ਪੱਧਰ ਤੇ ਲੜਨਾ ਚਾਹੁੰਦੇ ਹੋ, ਪ੍ਰੂਫ ਲੈ ਕੇ ਵੀ ਤੁਸੀਂ ਘੁੰਮ ਰਹੇ ਹੋ ਕਿ ਇਹਦੇ ਇਸ ਏਰੀਏ ਦੇ ਵਿੱਚ ਆਹ ਚੀਜ਼ਾਂ, ਇਹ ਲੋਕ ਕੰਮ ਕਰਦੇ ਨੇ, ਲੋਕੀ ਬਾਈ ਨੇਮ ਪੁੱਟ ਕਰਦੇ ਨੇ, ਤੇ ਫਿਰ ਮੈਂ ਸਮਝਦਾ ਕਿ ਉਹਦੇ ਵਿੱਚ ਗਵਰਨਮੈਂਟ ਨੂੰ ਇਹ ਸੋਚਣਾ ਚਾਹੀਦਾ ਉਹ ਸਹੀ ਮਾਇਨੇ 'ਚ ਸਮਾਜ ਦੀ ਸੇਵਾ ਕਰਦੇ ਨੇ। ਦੂਸਰੇ, ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਜੇ ਦੂਸਰੇ ਪਾਸੇ ਮੈਂ ਸਪੋਜ਼ ਕਰੋ ਇੱਕ ਐਮਐਲਏ ਬਣ ਗਿਆ ਜਾਂ ਮੈਂ ਪੋਲੀਟੀਕਲ ਪਾਰਟੀ ਦਾ ਕਿਸੇ ਦਾ ਹੈਡ ਬਣ ਗਿਆ, ਜੇ ਮੈਂ ਉਹ ਇੱਕ ਸਟੇਟਸ ਦੇ ਐਂਗਲ ਤੋਂ ਲੈਣਾ ਸਿਕਿਉਰਿਟੀ ਨੂੰ, ਤੇ ਫਿਰ ਤੇ ਉਹ ਗਲਤ ਹੈ। ਫਿਰ ਤੇ ਉਹਨੂੰ ਨੈਚੁਰਲੀ ਪੁਲਿਸ ਦੂਸਰੇ ਡਿਪਾਰਟਮੈਂਟ 'ਚ ਜਾ ਕੇ ਵਧੀਆ ਚੰਗਾ ਕੰਮ ਕਰ ਸਕਦੀ ਹੈ। ਐਂਟੀ ਸੋਸ਼ਲ ਐਲੀਮੈਂਟਸ ਨੂੰ ਜਾਂ ਸਮਾਜ ਦੇ ਵਿੱਚ ਜਿਹੜੇ ਇਹੋ ਜਿਹੇ ਲੋਕ ਘੁੰਮਦੇ ਨੇ ਜਿਨ੍ਹਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਉਧਰ ਜ਼ਿਆਦਾ ਉਹਨਾਂ ਦੀਆਂ ਸੇਵਾਵਾਂ ਵਰਤਣੀਆਂ ਚਾਹੀਦੀਆਂ। ਜੀ ਰਣਵੀਰ ਜੀ, ਤੁਹਾਡਾ ਪੱਖ ਜਾਣਨਾ ਚਾਹਾਂਗਾ। ਜਿਸ ਤਰ੍ਹਾਂ ਸੱਜਣ ਜੀ ਨੇ ਬੋਲਿਆ ਕਿ ਕਿਤੇ ਨਾ ਕਿਤੇ ਥ੍ਰੈਟ ਜ਼ਰੂਰ ਹੈ, ਪਰੰਤੂ ਤੁਸੀਂ ਵੀ 10 ਸਾਲ ਸੱਤਾ ਦੇ ਵਿੱਚ ਰਹੇ ਹੋ, ਉਸ ਤੋਂ ਬਾਅਦ 5 ਸਾਲ ਕਾਂਗਰਸ ਰਹੀ ਹੈ। ਸਵਾਲ ਮੇਰਾ ਤਿੰਨੇ ਧਿਰਾਂ ਨੂੰ ਹੈ, ਖਾਸ ਕਰਕੇ ਕਮਲ ਸੋਈ ਜੀ ਤੁਹਾਨੂੰ ਤੇ ਰਣਵੀਰ ਜੀ ਤੁਹਾਨੂੰ ਖਾਸ ਕਰਕੇ ਇਹ ਸਵਾਲ ਹੈ ਕਿ 10 ਸਾਲ ਦੀ ਤੁਹਾਡੀ ਸੱਤਾ ਰਹੀ ਹੈ ਪੰਜਾਬ ਦੇ ਵਿੱਚ, ਤੁਸੀਂ ਭਾਈਵਾਲ ਬਣ ਕੇ ਇੱਕ ਤੌਰ ਤੇ 10 ਸਾਲ ਰਾਜ ਕੀਤਾ ਹੈ, ਪਰੰਤੂ 10 ਸਾਲ ਦੇ ਵਿੱਚ ਜਿਸ ਤਰ੍ਹਾਂ ਸੱਜਣ ਸਿੰਘ ਜੀ ਨੇ ਆਵਾਜ਼ ਚੁੱਕੀ ਹੈ ਕਿ ਕਿਤੇ ਨਾ ਕਿਤੇ ਗੈਂਗਸਟਰ, ਕਿਤੇ ਨਾ ਕਿਤੇ ਮਾੜੇ ਅਨਸਰਾਂ ਵੱਲੋਂ ਜੋ ਸਮਾਜ ਸੇਵੀ ਹੁੰਦੇ ਨੇ ਉਹਨਾਂ ਨੂੰ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੁਸੀਂ ਜਦੋਂ ਸੱਤਾ ਦੇ ਵਿੱਚ ਸੀ ਉਦੋਂ ਤੁਹਾਡੇ ਤੇ ਉਂਗਲ ਉੱਠੀ ਦੀ ਸੀ, ਹੁਣ ਵੀ ਉਸ ਦੀ ਉਂਗਲ ਦਾ ਨਿਸ਼ਾਨਾ ਅਕਾਲੀ ਦਲ ਤੇ ਕਾਂਗਰਸ ਨੂੰ ਜ਼ਰੂਰ ਬਣਾਇਆ ਜਾਂਦਾ ਹੈ ਕਿ ਜਿਹੜੇ ਗੈਂਗਸਟਰ ਨੇ ਉਹ ਅਕਾਲੀ ਦਲ ਵੱਲੋਂ
ਤੇ ਕਾਂਗਰਸ ਵੱਲੋਂ ਤੇ ਨਾਲ ਹੀ ਬੀਜੇਪੀ ਵੱਲੋਂ ਤਿੰਨੇ ਭਾਈਵਾਲ ਪਾਰਟੀਆਂ ਨੇ ਇਹ ਪਹਿਲਾਂ ਪਾਲਦੀਆਂ ਨੇ ਤੇ ਫਿਰ ਉਹਨਾਂ ਨੂੰ ਆਪਣੇ ਆਪਣੇ ਤੌਰ ਤੇ ਵਰਤਦੀਆਂ ਨੇ ਤੇ ਫਿਰ ਇੱਕ ਝਾਂਸਾ ਲੱਗਦਾ ਹੈ ਕਿ ਜਿਹੜਾ ਸਾਨੂੰ ਸਿਕਿਉਰਿਟੀ ਚਾਹੀਦੀ ਆ ਉਹ ਸਿਕਿਉਰਿਟੀ ਨੂੰ ਇੱਕ ਸਟੇਟਸ ਸਿੰਬਲ ਬਣਾ ਲਿਆ ਜਾਂਦਾ। ਰਣਵੀਰ ਜੀ ਵੇਖੋ ਜੀ, ਜਿਹੜਾ ਗੈਂਗਸਟਰ ਸ਼ਬਦ ਹੈ ਨਾ ਜੀ, ਇਹ ਇਕੱਲੀ ਆਪਾਂ ਪੰਜਾਬ ਦੀ ਸਮੱਸਿਆ ਨਹੀਂ ਕਹਿ ਸਕਦੇ, ਇਹ ਪੂਰੇ ਵਰਲਡ ਦੀ ਸਮੱਸਿਆ। ਜਿਹੜੇ ਸਿਰ ਫਿਰੇ ਲੋਕ ਨੇ ਉਹ ਹਰੇਕ ਫਿਰਕੇ ਤੇ ਹਰ ਖਿੱਤੇ ਦੇ ਵਿੱਚ ਵੇਖਣ ਨੂੰ ਮਿਲਦੇ ਆ। ਹੁਣ ਆਪਾਂ ਵੇਖਦੇ ਹਾਂ ਕਿ ਕੈਨੇਡਾ ਤੇ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਜਿੱਥੇ ਇੰਨਾ ਸਖਤ ਕਾਨੂੰਨ ਹੈ, ਉੱਥੇ ਵੀ ਉੱਥੋਂ ਦੀਆਂ ਸਰਕਾਰਾਂ ਵੀ ਆ ਜਿਹੜੀਆਂ ਇਸ ਕਲਚਰ ਨੂੰ ਰੋਕਣ ਦੇ ਵਿੱਚ ਨਾਕਾਮਯਾਬ ਰਹੀਆਂ। ਇਹਦੇ ਵਿੱਚ ਸਮਾਜ ਦੇ ਕਈ ਇਕੱਲੇ ਰਾਜਨੀਤਿਕ ਤੱਤ ਨਹੀਂ, ਸਮਾਜ ਦੇ ਹੋਰ ਵੀ ਕਈ ਤੱਤ ਇਨਕਲੂਡ ਹੁੰਦੇ ਆ। ਦੂਜੀ ਗੱਲ ਜਿਹੜੀ ਮੈਂ ਮੁੱਦੇ ਤੇ ਆਵਾਂ ਤੇ ਮੈਂ ਇਹ ਪੁੱਛਣਾ ਚਾਹਣਾ, ਵੇਖੋ ਜਿਹੜੀ ਸਿਕਿਉਰਿਟੀ ਵਾਪਸ ਲੈ ਰਹੀ ਹੈ ਪੰਜਾਬ ਸਰਕਾਰ, ਉਹਦੀ ਵਰਤੋਂ ਕਿੱਥੇ ਹੋ ਰਹੀ ਹੈ? ਉਹਦੀ ਵਰਤੋਂ ਕੇਜਰੀਵਾਲ ਸਾਹਿਬ ਨੂੰ ਖੁਸ਼ ਕਰਨ ਲਈ ਹੋ ਰਹੀ ਹੈ, ਉਹਨਾਂ ਦੀਆਂ ਨਿੱਜੀ ਰੰਜਿਸ਼ਾਂ ਨੂੰ ਕੱਢਣ ਲਈ ਹੋ ਰਹੀ ਹੈ। ਆਪਾਂ ਵੇਖਿਆ ਕਿ ਕਿਵੇਂ ਦਿੱਲੀ 'ਚ ਜਾ ਕੇ ਤੇ ਉੱਥੋਂ ਬੱਗਾ ਜੀ ਨੂੰ ਚੁੱਕ ਕੇ ਲੈ ਕੇ ਆਏ ਤੇ ਕਿਵੇਂ ਪੰਜਾਬ ਪੁਲਿਸ ਦੀ ਉੱਥੇ ਉਦੋਂ ਬਾਅਦ ਕਿਰਕਰੀ ਵੀ ਹੋਈ ਤੇ ਹੋਰ ਵੀ ਜਿਹੜੀਆਂ ਆਪਣੀਆਂ ਸਿਕਿਉਰਿਟੀ ਵਾਪਸ ਲੈ ਕੇ ਤੇ ਆਪਦੇ ਪਰਿਵਾਰਕ ਮੈਂਬਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਭ ਤੋਂ ਵੱਡੀ ਗੱਲ ਤਾਂ ਪਹਿਲੀ ਇਹ ਹੈ। ਦੂਜੀ ਗੱਲ ਹੈ ਕਿ ਸਿਕਿਉਰਿਟੀ ਵਾਪਸ ਲੈਣ ਦੇ ਪਿੱਛੇ ਮੈਨੂੰ ਕੁਛ ਨਾ ਕੁਛ ਰਾਜਨੀਤਿਕ ਕਾਰਨ ਵੀ ਲੱਗਦਾ। ਉਹ ਕਾਰਨ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਕਿ ਆਪਾਂ ਜਿਹੜੇ ਸਾਡੇ ਜਥੇਦਾਰ ਸਾਹਿਬਾਨ ਸੀ, ਉਹਨਾਂ ਨੇ ਜਿੰਨੀਆਂ ਵੀ ਪੰਥਕ ਧਿਰਾਂ ਸੀ ਉਹਨਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜਾ ਸਾਰੇ ਜਿਹੜੀਆਂ ਪੰਥਕ ਤਾਕਤਾਂ ਸੀ ਉਹਨਾਂ ਨੂੰ ਸਾਂਝੇ ਯਤਨ ਕਰਨ ਵਾਸਤੇ ਉਪਦੇਸ਼ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਜਿਹੜੀ ਸਿੱਖ ਕੌਮ ਨੂੰ ਆਪਦੀ ਸਵੈ ਰੱਖਿਆ ਵਾਸਤੇ ਹਥਿਆਰ ਜਿਹੜੇ ਰੱਖਣ ਦਾ ਸੁਨੇਹਾ ਦਿੱਤਾ। ਤਾਂ ਜਿਹੜੇ ਅਜਿਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀਆਂ ਜਿਹੜੀਆਂ ਅਪੀਲਾਂ ਤੇ ਇਹ ਦਲੀਲਾਂ ਨੇ, ਇਹ ਦਿੱਲੀ ਨੂੰ ਕਦੀ ਵੀ ਹਜਮ ਨਹੀਂ ਹੋਈਆਂ, ਕਿਉਂਕਿ ਦਿੱਲੀ ਕਦੀ ਨਹੀਂ ਚਾਹੁੰਦੀ ਕਿ ਜਿਹੜੀ ਸਿੱਖ ਤਾਕਤ ਹੈ ਜਿਹੜੀ ਇੱਕ ਝੰਡੇ ਦੇ ਹੇਠ ਇਕੱਠੀ ਹੋ ਸਕੇ ਤੇ ਇੱਕ ਤਾਕਤ ਬਣ ਕੇ ਜਿਹੜੀ ਵਿਰੋਧੀ ਦਾ ਸਾਹਮਣਾ ਕਰ ਸਕੇ। ਕਿਉਂਕਿ ਆਪਾਂ ਵੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਵੇਂ ਕੱਲ ਸਟੇਟਮੈਂਟ ਦਿੱਤੀ ਹੈ ਕੋਰ ਕਮੇਟੀ ਤੋਂ ਬਾਅਦ ਕਿ ਜਿਹੜਾ ਆਉਣ ਵਾਲਾ ਇਲੈਕਸ਼ਨ ਹੈ ਇਹ ਪੰਜਾਬ ਵਰਸਸ ਦਿੱਲੀ ਹੈ, ਕਿਉਂਕਿ ਜਿਹੜੀਆਂ ਸਾਂਝੀਆਂ ਜਿਹੜੀਆਂ ਪੰਥਕ ਤਾਕਤਾਂ ਨੇ ਉਹ ਰਲ ਕੇ ਦਿੱਲੀ ਦਾ ਮੁਕਾਬਲਾ ਕਰਨਗੇ, ਕਿਉਂਕਿ ਦਿੱਲੀ ਨੇ ਹਮੇਸ਼ਾ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ। ਤੇ ਦੂਜੀ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਵੇਖੋ ਦਿੱਲੀ ਤੋਂ ਚੱਲਣ ਵਾਲੀ ਹੈ ਤੇ ਇਹ ਇਹੋ ਜਿਹੇ ਜਿਹੜੇ ਫੈਸਲੇ ਲੈ ਰਹੀ ਹੈ ਜਿਹੜੇ ਪੰਜਾਬ ਵਿਰੋਧੀ ਹੈ, ਭਾਵੇਂ ਉਹ ਰਾਜ ਸਭਾ ਮੈਂਬਰ ਚੁਣਨ ਦੀ ਗੱਲ ਸੀ, ਭਾਵੇਂ ਉਹ ਪਾਣੀਆਂ ਦੀ ਗੱਲ ਸੀ। ਸੋ ਅਜਿਹੀਆਂ ਤਾਕਤਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਮਾਹੌਲ ਨੂੰ ਦੁਬਾਰਾ ਫਿਰ ਖਰਾਬ ਕਰਨ ਦੀ ਕੋਸ਼ਿਸ਼ ਵਿੱਚ ਨੇ, ਤਾਂ ਉਹ ਕਿਸੇ ਨਾ ਕਿਸੇ ਇਸ ਮੁੱਦੇ ਨਾਲ ਜੋੜ ਕੇ ਵੀ ਇਹਨੂੰ ਵੇਖਿਆ ਜਾ ਸਕਦਾ ਹੈ। ਕਮਲ ਸੋਈ ਜੀ ਕਿਵੇਂ ਵੇਖਦੇ ਹੋ? ਤੁਸੀਂ ਵੀ ਰਾਜ ਸੱਤਾ ਦੇ ਵਿੱਚ ਰਹੇ ਹੋ ਤੇ ਇੱਕ ਰਣਵੀਰ ਜੀ ਨੇ ਇੱਕ ਗੱਲ ਵੀ ਰੱਖ ਦਿੱਤੀ ਹੈ ਕਿ ਦਿੱਲੀ ਨੂੰ ਕਦੇ ਵੀ ਪੰਜਾਬ ਹਜਮ ਨਹੀਂ ਹੁੰਦਾ। ਦੂਜੀ ਗੱਲ ਉਹਨਾਂ ਵੱਲੋਂ ਕਹੀ ਗਈ ਹੈ, ਜਿਸ ਤਰ੍ਹਾਂ ਜਥੇਦਾਰ ਸਾਹਿਬ ਵੱਲੋਂ ਕਿਹਾ ਗਿਆ ਸੀ ਕਿ ਹਥਿਆਰ ਰੱਖਣ, ਹਾਲਾਂਕਿ ਉਹਨਾਂ ਵੱਲੋਂ ਇਹ ਨਹੀਂ ਕਿਹਾ ਸੀਗਾ ਕਿ ਗੈਰ ਕਾਨੂੰਨੀ, ਉਹਨਾਂ ਵੱਲੋਂ ਕਿਹਾ ਸੀਗਾ ਕਿ ਲਾਇਸੈਂਸੀ ਹਥਿਆਰ ਕੋਈ ਵੀ ਰੱਖ ਸਕਦਾ ਹੈ, ਜਿਸ ਕਿਸੇ ਨੂੰ ਲੋੜ ਹੈ ਉਹ ਰੱਖ ਸਕਦਾ ਹੈ, ਕਾਨੂੰਨ ਇਜਾਜ਼ਤ ਦਿੰਦਾ ਹੈ। ਇਸ ਨੂੰ ਕਿਵੇਂ ਦੇਖਦੇ ਹੋ? ਤੇ ਦੂਜਾ ਸ਼ਬਦ ਮੈਂ ਇਹ ਵਰਤਣਾ ਚਾਹਾਂਗਾ, ਗੈਂਗਸਟਰ ਜਦੋਂ ਪੈਦਾ ਹੋਏ ਨੇ ਉਦੋਂ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਸੀ, ਉਦੋਂ ਵੱਡੇ ਅਖਬਾਰਾਂ ਨੇ, ਵੱਡੇ ਚੈਨਲਾਂ ਨੇ ਵੱਡੇ ਆਰਟੀਕਲ ਲਿਖੇ ਤੇ ਦੋਸ਼ੀ ਕਿਤੇ ਨਾ ਕਿਤੇ ਉਸ ਸਮੇਂ ਦੀ ਸਰਕਾਰ ਨੂੰ ਬਣਾਇਆ ਗਿਆ। ਤੇ ਅੱਜ ਤੁਸੀਂ ਦਿੱਲੀ ਦੇ ਵਿੱਚ ਕਾਬਜ ਹੋ, ਸੈਂਟਰ ਦੇ ਵਿੱਚ ਕਾਬਜ ਹੋ, ਸਾਰੀਆਂ ਜਿਹੜੀਆਂ ਵੱਡੀਆਂ ਤਾਕਤਾਂ ਨੇ, ਵੱਡੀਆਂ ਏਜੰਸੀਆਂ ਨੇ ਉਹ ਤੁਹਾਡੇ ਹੱਥ ਦੇ ਵਿੱਚ ਨੇ। ਜੇਕਰ ਅੱਜ ਵੀ ਫਿਰ ਵੀ ਸਿਕਿਉਰਿਟੀ ਦੀ ਲੋੜ ਪੈਂਦੀ ਹੈ, ਫਿਰ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਮੰਨਣੀ ਪਵੇਗੀ ਕਿ ਕਿਤੇ ਨਾ ਕਿਤੇ ਮੋਦੀ ਸਰਕਾਰ ਵੀ ਫੈਲ ਹੈ। ਦੇਖੋ ਤੁਹਾਨੂੰ ਪਤਾ ਹੋਣਾ ਚੰਨੀ ਜੀ ਕਿ ਲਾ ਐਂਡ ਆਰਡਰ ਜਿਹੜਾ ਸਟੇਟ ਸਬਜੈਕਟ ਹੈਗਾ, ਤੇ ਮੈਂ ਢਿੱਲੋਂ ਸਾਹਿਬ ਦੀ ਗੱਲ ਦਾ ਸਖਤ ਮੁਖਾਲਫਤ ਕਰਦਾ ਕਿ ਇਹਨਾਂ ਨੇ ਇੱਕ ਜਿਹੜਾ ਕੌਮੀ ਸਾਡਾ ਭਾਈਚਾਰਾ ਹੈਗਾ ਉਹਨੂੰ ਖਰਾਬ ਕਰਨ ਦੀ ਗੱਲ ਕਰਦੇ ਨੇ, ਦਿੱਲੀ ਵੱਲ ਵੇਖਦੇ ਨੇ। ਇਹਨਾਂ ਨੂੰ ਆ ਪਤਾ ਹੋਣਾ ਚਾਹੀਦਾ ਕਿ ਪਿਛਲੇ 5-7 ਵਰਿਆਂ 'ਚ ਬੀਜੇਪੀ ਤੇ ਸਾਡੀ ਪਾਰਟੀ ਭੁਗਤ ਭੋਗੀ ਹੈ। ਸਾਡੇ 18 ਲੀਡਰਾਂ ਦਾ ਕਤਲੇਆਮ ਹੋਇਆ ਪਿਛਲੇ 4-5 ਵਰਿਆਂ 'ਚ। ਸਾਡੇ ਬ੍ਰਿਗੇਡੀਅਰ ਗਗਨੇਜਾ ਜੀ ਜਿਹੜੇ RSS ਦੇ ਪੰਜਾਬ ਦੇ ਸੈਕੰਡ ਹੈਡ ਸੀਗੇ, ਉਹਨਾਂ ਦਾ ਕਤਲ ਜਲੰਧਰ 'ਚ ਹੋਇਆ ਤੇ ਅਜੇ ਤੱਕ ਜਿਹੜੇ ਦੋਸ਼ੀ ਆ ਉਹ ਫੜੇ ਨਹੀਂ ਗਏ। ਸਾਡੀਆਂ ਕਈ ਸ਼ਾਖਾਵਾਂ ਦੇ ਉੱਪਰ ਅਟੈਕ ਹੋਏ, ਬੰਬ ਬਲਾਸਟ ਤੱਕ ਕੀਤੇ ਗਏ। ਸਾਡੇ ਹੁਣ ਮੰਦਿਰ ਨੂੰ, ਕਾਲੀ ਮਾਤਾ ਮੰਦਿਰ ਨੂੰ ਪਟਿਆਲੇ ਦੇ ਵਿੱਚ ਪੂਰਾ ਘੇਰਨ ਦੀ ਕੋਸ਼ਿਸ਼ ਕੀਤੀ ਗਈ, ਸਾਜ਼ਿਸ਼ ਕੀਤੀ ਗਈ ਤੇ ਉੱਥੇ ਜੋ ਹਾਲ ਹੋਇਆ ਸਾਰੀ ਦੁਨੀਆ ਨੇ ਦੇਖਿਆ ਹੈਗਾ। ਤੇ ਮੈਂ ਇਸ ਗੱਲ ਤੇ ਕਰਨਾ ਨਹੀਂ ਸੀ ਚਾਹੁੰਦਾ। ਪਰ ਸੋਈ ਸਾਹਿਬ ਗੱਲ ਰੋਕਣਾ ਚਾਹਾਂਗਾ।
ਜੀ ਸੋਈ ਸਾਹਿਬ ਗੱਲ ਰੋਕਣੀ ਚਾਹਾਂਗਾ, ਜਿਹੜੀ ਤੁਸੀਂ ਮੰਦਿਰ ਦਾ ਜ਼ਿਕਰ ਕਰ ਰਹੇ ਹੋ ਉਹ ਵੀਡੀਓ ਵੀ ਸਾਡੇ ਕੋਲ ਮੌਜੂਦ ਹੈ, ਅਸੀਂ ਆਪਣੇ ਚੈਨਲ ਤੇ ਵੀਡੀਓ ਚਲਾਈ ਵੀ ਹੈ। ਜੋ ਪੱਥਰਬਾਜ਼ੀ ਹੋਈ ਹੈ ਪਹਿਲਾਂ ਮੰਦਿਰ ਦੇ ਉੱਪਰੋਂ ਹੋਈ ਹੈ, ਹਾਲਾਂਕਿ ਉੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕੁਝ ਭੈੜੇ ਅਨਸਰਾਂ ਵੱਲੋਂ, ਨਾ ਕਿ ਉੱਥੇ ਸਿੱਖ ਹਿੰਦੂ ਵਿਰੋਧੀ ਨਹੀਂ ਗਏ ਸੀਗਾ। ਮੰਦਿਰ ਤੱਕ 3 ਕਿਲੋਮੀਟਰ ਦੀ ਦੂਰੀ ਹੈ ਜੀ, ਉੱਥੋਂ ਤੱਕ ਕਿੱਦਾਂ ਆਉਣ ਦਿੱਤਾ ਗਿਆ? ਪੁਲਿਸ ਆਵਾਜ਼ ਤੇ ਫਾਇਰ ਕਰ ਰਹੀ ਸੀਗੀ ਤੇ ਨਿਹੰਗ ਸਿੰਘ ਨੰਗੀਆਂ ਕਿਰਪਾਨਾਂ ਲੈ ਕੇ ਭੰਗੜੇ ਪਾਉਂਦੇ ਸੀਗੇ। ਕੀ ਗੱਲ ਕਰਦੇ ਤੁਸੀਂ? ਸੋਚੀ ਸਮਝੀ ਤਾਕਤ ਕਰਕੇ ਹਿੰਦੂ ਮਿਨੋਰਿਟੀ ਨੂੰ ਪੰਜਾਬ 'ਚ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਫਿਰ ਆ ਜਿਹੜੀ ਪੋਲੀਟੀਕਲ ਪਾਰਟੀਆਂ ਨੇ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਫਿਰ ਕਹਿੰਦੀਆਂ ਨੇ ਕਿ ਹਿੰਦੂਆਂ ਦੀ ਸਿਕਿਉਰਿਟੀ ਵਾਪਸ ਕਿਉਂ ਨਹੀਂ ਲਈ, ਬੀਜੇਪੀ ਲੀਡਰਾਂ ਦੀ ਸਿਕਿਉਰਿਟੀ ਵਾਪਸ ਕਿਉਂ ਨਹੀਂ ਲਈ। ਸਾਡੀ ਸਭ ਤੋਂ ਜ਼ਿਆਦਾ ਸਾਡੇ ਆਗੂਆਂ ਦਾ ਕਤਲੇਆਮ ਹੋਇਆ ਪੰਜਾਬ ਦੇ ਵਿੱਚ। ਜਦੋਂ ਪਿਛਲਾ ਟੈਲੀਵਿਜ਼ਨ ਦਾ ਦੌਰ ਸੀਗਾ, 35,000 ਇੱਕ ਜਿਹੜੇ ਉਤੋਂ ਹਿੰਦੂਆਂ ਦਾ ਕਤਲ ਹੋਇਆ ਤੇ ਹਿੰਦੂ ਪਲਾਇਨ ਕਰਕੇ ਦੂਜੀ ਸਟੇਟਾਂ 'ਚ ਚਲੇ ਗਏ। ਅੱਜ ਇਹਨਾਂ ਨੂੰ ਦੇਖਣਾ ਚਾਹੀਦਾ ਹੈਗਾ ਪੰਜਾਬ ਦੇ ਵਿੱਚ ਹਿੰਦੂ ਸਿੱਖ ਏਕਤਾ ਬਰਕਰਾਰ ਰੱਖਣ ਲਈ ਆ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੇ ਆਗੂ ਜਿਨ੍ਹਾਂ ਦੇ ਉੱਪਰ ਉਹਨਾਂ ਦੇ ਅਮਰੀਕਾ ਤੋਂ ਜਾ ਕੇ SFJ ਵਾਲੇ ਕਤਲੇਆਮ ਦੀ ਧਮਕੀ ਦਿੰਦੇ ਨੇ, ਉਹ ਸਿਰ ਵੱਢ ਲਿਆਓ ਤੇ ਏਦਾਂ ਕਰ ਦਿਆਂਗੇ, ਮੋਦੀ ਨੂੰ ਮਾਰ ਦਿਓ ਤੇ ਇਸ ਤਰ੍ਹਾਂ ਕਰ ਦਿਆਂਗੇ, ਤੇ ਉਹਨਾਂ ਦੇ ਆਗੂਆਂ ਨੂੰ ਤੁਸੀਂ ਸਿਕਿਉਰਿਟੀ ਵਿਡਰੋ ਕਰ ਰਹੇ ਹੋ। ਮੈਂ ਨਹੀਂ ਸੀ ਕਹਿਣਾ ਚਾਹੁੰਦਾ ਆ ਗੱਲਾਂ, ਲੇਕਿਨ ਮਾਨ ਸਰਕਾਰ ਨੂੰ ਸਿਕਿਉਰਿਟੀ ਥ੍ਰੈਟ, ਸਿਕਿਉਰਿਟੀ ਪਰਸੈਪਸ਼ਨ ਦੇਖ ਕੇ ਹੀ ਸਿਕਿਉਰਿਟੀ ਦਾ ਐਨਾਲਿਸਿਸ ਕਰਕੇ ਜਿਹੜੇ ਵੀ ਸਾਡੇ ਹਿੰਦੂ ਆਗੂਆਂ ਨੂੰ, ਸਾਡੇ ਬੀਜੇਪੀ ਦੇ ਆਗੂਆਂ ਨੂੰ ਸਿਕਿਉਰਿਟੀ ਮਿਲੀ ਹੋਈ ਹੈ, ਉਹਨੂੰ ਰੀਕਨਸੀਡਰ ਕਰਨਾ ਚਾਹੀਦਾ, ਤਾਂ ਕਿ ਕੋਈ ਏਦਾਂ ਦੀ ਘਟਨਾ ਨਾ ਹੋ ਜੇ ਜਿਹੜੀ ਕਿ ਸਟੇਟ ਦੇ ਤੇ ਫੈਡਰਲ ਢਾਂਚੇ ਨੂੰ ਨੁਕਸਾਨ ਪਹੁੰਚਾਵੇ। ਹਿੰਦੁਸਤਾਨ ਦੀ ਸਰਕਾਰ ਪੂਰੀ ਤਰ੍ਹਾਂ ਮੁਸਤੈਦ ਹੈ। 50 ਬੰਦੇ ਭੇਜ ਕੇ ਇਹਨਾਂ ਨੇ ਬੱਗੇ ਨੂੰ ਚੱਕਿਆ ਸੀਗਾ ਦਿੱਲੀ ਦੇ ਵਿੱਚੋਂ, ਪੰਜਾਬ ਪੁਲਿਸ ਨੇ। ਉਦੋਂ ਇਹਨਾਂ ਦੀ ਸਿਕਿਉਰਿਟੀ ਥ੍ਰੈਟ ਨਹੀਂ ਸੀ ਲੋਕ ਜਿਹੜੇ ਪੰਜਾਬ ਦੇ ਬਾਕੀ ਲੋਕਾਂ ਨੂੰ, ਉਦੋਂ ਥਾਣਿਆਂ 'ਚ ਸਿਕਿਉਰਿਟੀ ਪੁਲਿਸ ਨਹੀਂ ਸੀ ਚੱਕੀ ਗਈ। ਦੇਖੋ ਇਸ ਵਕਤ ਜ਼ਰੂਰਤ ਹੈਗੀ ਹੈ, ਨਵੀਂ ਸਰਕਾਰ ਬਣੀ ਹੈ, ਇਹਨਾਂ ਨੂੰ ਨੋਨ ਗਵਰਨੈਂਸ, ਨੋਨ ਪਰਫਾਰਮੈਂਸ ਛੱਡ ਕੇ ਸਹੀ ਢੰਗ ਨਾਲ ਗਵਰਨੈਂਸ ਕਰਨੀ ਚਾਹੀਦੀ ਹੈ। ਇਨ ਐਕਸਪੀਰੀਅੰਸਡ ਜਿਹੜੇ ਪੋਲੀਟੀਸ਼ੀਅਨਸ ਜਿਹੜੀ ਸਰਕਾਰ ਚਲਾ ਰਹੇ ਨੇ, ਮੈਨੂੰ ਲੱਗਦਾ ਬੈਟਰ ਸੈਂਸ ਵਿਲ ਪ੍ਰਵੇਲ, ਤੇ ਜਿਹੜੇ ਬੰਦੇ ਨੂੰ ਸਿਕਿਉਰਿਟੀ ਥ੍ਰੈਟ ਹੈਗੀ ਹੈ, ਥ੍ਰੈਟ ਪਰਸੈਪਸ਼ਨ ਆ, ਉਹਨੂੰ ਸਿਕਿਉਰਿਟੀ ਉਹਦੇ ਮੁਤਾਬਿਕ ਦਿੱਤੀ ਜਾਵੇ, ਚਾਹੇ ਉਹ ਕਿਸੇ ਸਿੱਖ ਜਥੇਬੰਦੀ ਨਾਲ ਲਿੰਕ ਲੱਗਦਾ ਹੋਵੇ, ਚਾਹੇ ਕਿਸੇ ਪੋਲੀਟੀਕਲ ਪਾਰਟੀ ਨਾਲ ਲਿੰਕ ਲੱਗਦਾ ਹੋਵੇ, ਚਾਹੇ ਕਿਸੇ ਹਿੰਦੂ ਜਮਾਤ ਨਾਲ ਲਿੰਕ ਰੱਖਦਾ ਹੋਵੇ, ਤੇ ਚਾਹੇ BJP RSS ਨਾਲ ਲਿੰਕ ਰੱਖਦਾ ਹੋਵੇ। irrespective of caste, creed, religion and political affiliation, security should be provided to all the people who are under threat. ਜੀ ਗੌਰਵ ਸੰਧੂ ਜੀ, ਤੁਹਾਡਾ ਪੱਖ ਜਾਨਣਾ ਚਾਹਾਂਗਾ। ਕਮਲ ਸੋਈ ਜੀ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ ਹੈ। ਹਾਲਾਂਕਿ ਤੁਸੀਂ ਪਿਛਲੇ 5 ਸਾਲ ਰਾਜ ਕੀਤਾ ਹੈ ਪੰਜਾਬ ਦੀ ਸੱਤਾ ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ ਤੁਹਾਡੇ ਮੁੱਖ ਮੰਤਰੀ ਰਹੇ, ਚਰਨਜੀਤ ਸਿੰਘ ਚੰਨੀ ਤੁਹਾਡੇ ਮੁੱਖ ਮੰਤਰੀ ਰਹੇ। ਉਸ ਦੌਰ ਦੇ ਵਿੱਚ ਵੀ ਕਾਫੀ ਕੁਝ ਉਤਲਾ ਪਤਲੀ ਹੋਈ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹੁੰਦੇ ਸਨ ਕਿ ਮੈਂ ਸਾਰੇ ਜਿਹੜੇ ਗੈਂਗਸਟਰ ਨੇ ਜਿਨ੍ਹਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੋਇਆ, ਉਹਨਾਂ ਨੂੰ ਨੱਥ ਪਾਵਾਂਗਾ, ਪਰੰਤੂ ਉਹਨਾਂ ਦੇ ਵੱਲੋਂ ਜੋ ਕੁਝ ਕਾਰਗੁਜ਼ਾਰੀ ਕੀਤੀ ਗਈ ਹੈ ਸਭ ਦੇ ਸਾਹਮਣੇ ਹੈ। ਸਭ ਅਖਬਾਰਾਂ ਨੇ, ਸਭ ਆਰਟੀਕਲ ਲਿਖੇ ਨੇ, ਆਰਟੀਕਲ ਦੇ ਵਿੱਚ ਕੀ ਕੁਝ ਲਿਖਿਆ ਉਹ ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਹੈ। ਪਰੰਤੂ ਅੱਜ ਤੁਹਾਡੇ ਬਹੁਤ ਵੱਡੇ ਆਗੂਆਂ ਦੇ ਵੱਲੋਂ ਜੋ ਸਿਕਿਉਰਿਟੀ ਵਾਪਸ ਕੀਤੀ ਗਈ ਹੈ, ਉਸ ਨੂੰ ਲੈ ਕੇ ਅਜੇ ਅੰਦਰੋਂ ਗਤੀ ਕੁਝ ਗੁੱਤਬੁਦੂ ਕੀਤੀ ਜਾ ਰਹੀ ਹੈ, ਗੱਲਬਾਤ ਅੰਦਰੋਂ ਗਤੀ ਕੀਤੀ ਜਾ ਰਹੀ ਹੈ। ਕੈਮਰੇ ਸਾਹਮਣੇ ਆਉਣ ਤੋਂ ਕਾਂਗਰਸੀ ਆਗੂ ਅਜੇ ਵੀ ਟਲ ਰਹੇ ਨੇ, ਕਿਤੇ ਨਾ ਕਿਤੇ ਦੂਰੀ ਬਣਾ ਰਹੇ ਨੇ। ਪਰੰਤੂ ਸਵਾਲ ਇਹ ਖੜਾ ਹੁੰਦਾ ਹੈ ਕਿ ਤੁਸੀਂ ਸਰਕਾਰਾਂ ਦੇ ਵਿੱਚ ਰਹੇ ਹੋ, 70 ਸਾਲ ਦੇ ਵਿੱਚ ਅਕਾਲੀ ਦਲ, BJP ਤੇ ਕਾਂਗਰਸ ਦੀ ਸਰਕਾਰ ਰਹਿੰਦੀ ਹੈ, ਫਿਰ ਵੀ ਸਿਕਿਉਰਿਟੀ ਦੀ ਲੋੜ ਕਿਉਂ ਪੈਂਦੀ ਹੈ? ਆਖਰ ਕਾਰਨ ਕੀ ਹੈ? ਕਿਹੜੀਆਂ ਕਮੀਆਂ ਨੇ? ਕਿਹੜੀ ਕਮੀਆਂ ਕਰਕੇ ਸਿਕਿਉਰਿਟੀ ਦੀ ਜ਼ਰੂਰਤ ਪੈਂਦੀ ਹੈ? ਜੀ ਸੰਧੂ ਸਾਹਿਬ। ਦੇਖੋ ਚਰਨਜੀਤ ਜੀ, ਜਿਹੜਾ 84 ਦੇ ਦੌਰ ਤੋਂ ਪਹਿਲੋ ਦੌਰ ਸੀਗਾ, ਉੱਥੇ ਤੁਸੀਂ ਦੇਖਿਆ ਹੋਣਾ ਹੈ ਇਸ ਤਰ੍ਹਾਂ ਦਾ ਕੋਈ ਕਲਚਰ ਨਹੀਂ ਸੀ ਹੈਗਾ। ਹਾਂ, ਮੈਂ ਮੰਨਦਾ ਪੰਜਾਬ ਦੇ ਵਿੱਚ ਅੱਤਵਾਦ ਦੇ ਦੌਰਾਨ ਜਿਹੜਾ ਸਮਾਂ ਰਿਹਾ, ਉਦੋਂ ਸਿਕਿਉਰਿਟੀ ਜ਼ਰੂਰੀ ਸੀਗੀ, ਚਾਹੇ ਉਹ ਰਾਜਨੀਤਿਕ ਲੀਡਰ ਹੋਣ, ਚਾਹੇ ਬਿਊਰੋਕਰੇਟਸ ਹੋਣ, ਚਾਹੇ ਜਿਹੜੇ ਆਪਣੇ ਪਬਲਿਕ ਫਿਗਰ ਹੋਣ, ਕਿਉਂਕਿ ਉਦੋਂ ਮਾਹੌਲ ਸੁਖਾਵਾ ਨਹੀਂ ਸੀ। ਤੇ ਮਾਹੌਲ ਜਿਹੜਾ ਹੈ, ਜਿਵੇਂ ਗੈਂਗਸਟਰ ਕਲਚਰ ਹੈ ਜਾਂ ਕੁਛ ਹੈ, ਪੰਜਾਬ ਦੀ ਹਮੇਸ਼ਾ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਚਾਹੇ ਉਹ ਕਿਸੇ ਤਰ੍ਹਾਂ ਵੀ ਕੀਤੀ ਜਾਏ। ਹਾਲਾਂਕਿ ਪੰਜਾਬੀ ਲੋਕ ਇੰਨੇ ਪੜ੍ਹੇ ਲਿਖੇ ਸਿਆਣੇ ਨੇ, ਇਹ ਸਾਡੇ ਯੂਪੀ ਬਿਹਾਰ ਵਰਗੇ ਭਰਾਵਾਂ ਵਰਗੇ ਨਹੀਂ, ਜਿੱਥੇ ਅਨਪੜ੍ਹਤਾ ਜ਼ਿਆਦੀ ਤੇ ਉਹਨਾਂ ਨੂੰ ਧਰਮ ਦੇ ਜਾਤ ਪਾਤ ਦੇ ਨਾਂ ਤੇ ਮਗਰ ਲਾ ਲਿਆ ਜਾਂਦਾ ਹੈ। ਕਮਲ ਸੋਹੀ ਜੀ ਦਾ ਜਵਾਬ ਦੇਣਾ ਚਾਹਾਂਗਾ। ਸੋਹੀ ਸਾਹਿਬ, ਜਿੰਨਾ ਤੁਸੀਂ ਅਗਰੈਸਿਵ ਹੋ ਕੇ ਕਿਹਾ ਹੈ ਵੀ ਕਾਲੀ ਮਾਤਾ ਮੰਦਿਰ ਨੂੰ ਘੇਰ, ਐਸੀ ਕੋਈ ਗੱਲ ਨਹੀਂ। ਅਸੀਂ ਵੀ ਮੰਦਿਰ ਦਾ ਸਤਿਕਾਰ ਕਰਦੇ ਹਾਂ, ਨੇੜੇ ਰਹਿੰਦੇ ਹਾਂ। ਸਾਰਾ ਹਿੰਦੂ ਭਾਈਚਾਰਾ, ਸਿੱਖ ਭਾਈਚਾਰਾ ਇਕਮੁੱਠ ਹੋ ਕੇ ਰਹਿੰਦਾ। ਤਾਂ ਹੀ ਜਿਹੜਾ ਜਿੰਨੇ ਉਹ ਹਰੀਸ਼ ਜਿਹੜਾ ਸਿੰਗਲਾ ਸੀਗਾ, ਜਿਹਦੀ ਹਿੰਦੂ ਭਰਾਵਾਂ ਨੇ ਚਿੱਤਰ ਪਰੇਡ ਕੀਤੀ ਸੀ ਮੰਦਿਰ ਦੇ ਅੰਦਰ, ਉਹ ਇਸੇ ਕਰਕੇ ਹੀ ਕੀਤੀ ਸੀ ਵੀ ਇੱਥੇ ਤੁਸੀਂ ਲੋਕ ਪੋਲੀਟੀਕਲ ਪਾਰਟੀਆਂ ਦੇ, RSS ਦੇ ਹੱਥੇ ਚੜ ਕੇ, ਚਾਹੇ BJP ਦੇ ਹੱਥੇ ਚੜ ਕੇ ਤੁਸੀਂ ਮਾਹੌਲ ਖਰਾਬ ਕਰਨਾ ਚਾਹੁੰਦੇ ਹੋ ਪੰਜਾਬ ਦਾ, ਚਾਹੇ ਉਹ ਇੱਧਰਲੇ ਪਾਸਿਓਂ ਸੀ ਚਾਹੇ ਉੱਧਰਲੇ ਪਾਸਿਓਂ, ਦੋਵੇਂ ਪਾਸਿਓਂ ਲੋਕ
ਪੋਲੀਟੀਕਲ ਜਿਹੜੀ ਸੀਗੀ ਪਿੱਛੋਂ ਜੋ ਕਹਿੰਦੇ ਨੇ ਉਂਗਲਬਾਜੀ ਸੀਗੀ ਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ। ਸੋ ਇਹ ਨਾ ਕਹੋ ਵੀ ਮੰਦਿਰ ਦੇ ਉੱਤੇ ਇਸ ਤਰ੍ਹਾਂ ਦੇ ਤੁਹਾਡੇ ਬਿਆਨ ਨਾਲ ਮੈਂ ਬਿਲਕੁਲ ਸਹਿਮਤ ਨਹੀਂ, ਜਿਹੜਾ ਭੜਕਾਊ ਬਿਆਨ ਤੁਸੀਂ ਦੇ ਰਹੇ ਹੋ। ਇੱਥੇ ਤੁਸੀਂ ਸਿੱਖ ਹਿੰਦੂ ਭਾਈ ਤੁਹਾਡੇ ਸਾਹਮਣੇ ਨਿਹੰਗਾਂ ਨੇ ਉੱਥੇ ਨੰਗੀਆਂ ਕਿਰਪਾਨਾਂ ਫੜ ਕੇ ਭੰਗੜੇ ਸੋਈ ਸਾਹਿਬ ਉਹਨਾਂ ਤੇ ਐਕਸ਼ਨ ਵੀ ਹੋਇਆ, ਸੋਈ ਸਾਹਿਬ ਉਹਨਾਂ ਤੇ ਐਕਸ਼ਨ ਵੀ ਹੋਇਆ। ਹਰੀਸ਼ ਸਿੰਗਲਾ ਤੇ ਸਿੱਖ ਜਥੇਬੰਦੀ ਦੇ ਜੁੜੇ ਹੋਏ ਇੱਕ ਵੱਡੇ ਆਗੂ ਸੀ, ਉਹਨਾਂ ਤੇ ਵੀ ਐਕਸ਼ਨ ਹੋਇਆ। ਬਣੀ ਹੋਈ ਹੈ ਆਪਣੇ ਪੋਲੀਟੀਕਲ ਮੰਤਵ ਦੇ ਲਈ। ਤੁਸੀਂ ਇਹ ਜੇ ਪੋਲੀਟੀਕਲ ਤੇ ਜਿਹਨੂੰ ਮੈਂ ਕਹਾਂਗਾ ਬਹੁਤ ਹੀ ਨਿਹਾਇਤੀ, ਇਹਨੂੰ ਮੈਂ ਹੋਰ ਲੈਂਗੁਏਜ ਕੀ ਕਹਾਂ, ਚੀਪ ਬਿਆਨ ਦੇ ਰਹੇ ਹੋ, ਆਪਣਾ ਪੋਲੀਟੀਕਲ ਰੰਗਤ ਦੇ ਨਾਲ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹਮਲਾ ਕਰਕੇ ਵੀ ਤੁਸੀਂ ਟੀਵੀ ਤੇ ਬਹਿ ਕੇ ਡਿਬੇਟ ਕਰ ਰਹੇ ਹੋ। ਹਮਲਾ ਕੀਤਾ ਸੀਗਾ। ਰੋਕਣਾ ਚਾਹੂੰਗਾ ਸੰਧੂ ਸਾਹਿਬ, ਰੋਕਣਾ ਚਾਹੂੰਗਾ ਸੰਧੂ ਸਾਹਿਬ ਰੋਕਣਾ ਚਾਹੂੰਗਾ। ਕਮਲ ਸੋਈ ਜੀ, ਬਿਲਕੁਲ ਤੁਹਾਡੇ ਬਿਆਨ ਦੇ ਨਾਲ ਮੈਂ ਸਹਿਮਤ ਹਾਂ ਕਿ ਤੁਸੀਂ ਕਹਿ ਰਹੇ ਹੋ ਕਿ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੁੰਦਾ ਹੈ, ਪਰੰਤੂ ਦਰਬਾਰ ਸਾਹਿਬ ਤੇ ਅਟੈਕ ਦੇ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਅਸੀਂ ਅਪੋਜ਼ ਕੀਤਾ ਸੀ, ਅਸੀਂ ਕੀਤਾ ਸੀ ਇੰਦਰਾ ਗਾਂਧੀ ਨੂੰ ਪ੍ਰੈਸ਼ਰਾਈਜ਼। ਜੀ ਸੰਧੂ ਸਾਹਿਬ, ਪ੍ਰੈਸ਼ਰਾਈਜ਼ ਕੀਤਾ ਸੀ, ਤੁਸੀਂ ਦੁੱਧ ਪੋਤੇ ਨਾ ਬਣੋ। ਸੋਈ ਸਾਹਿਬ ਗੱਲ ਰੱਖਣ ਦਿਓ, ਸੋਈ ਸਾਹਿਬ ਸੰਧੂ ਸਾਹਿਬ ਨੂੰ ਗੱਲ ਰੱਖਣ ਦਿਓ, ਉਸ ਤੋਂ ਬਾਅਦ ਤੁਹਾਡਾ ਪੱਖ ਜਾਣਾਂਗੇ। ਸੋਈ ਸਾਹਿਬ ਪਲੀਜ਼, ਸੋਈ ਸਾਹਿਬ ਗੱਲ ਰੱਖਣ ਦਿਓ, ਉਹਨਾਂ ਨੂੰ ਆਪਣਾ ਪੱਖ ਰੱਖਣ ਦਿਓ। ਸੋਈ ਸਾਹਿਬ ਪਲੀਜ਼ ਗੱਲ ਰੱਖਣ ਦਿਓ, ਉਹਨਾਂ ਨੂੰ ਗੱਲ ਰੱਖਣ ਦਿਓ। ਗੱਲ ਦੇਖੋ ਸੋਈ ਸਾਹਿਬ, ਉਹ ਗੱਲਾਂ ਕਿਸੇ ਤੋਂ ਛੁਪੀਆਂ ਨਹੀਂ, ਉਹਨਾਂ ਨੂੰ ਪੱਖ ਰੱਖਣ ਦਿਓ, ਇੱਕ ਵਾਰੀ ਪੱਖ ਰੱਖ ਲੈਣ ਦਿਓ। ਜੀ ਸੰਧੂ ਸਾਹਿਬ, ਤੁਹਾਨੂੰ ਪ੍ਰੈਜ਼ੈਂਟ ਦੀ ਗੱਲ ਕਰ ਰਿਹਾ, ਮੈਂ ਪ੍ਰੈਜ਼ੈਂਟ ਦੀ ਗੱਲ ਕਰ ਰਿਹਾ। ਪ੍ਰੈਜ਼ੈਂਟ ਬੋਲੋ, ਜਿਹੜਾ ਕਿ ਹੁਣ ਤੁਸੀਂ ਕਹਿ ਰਹੇ ਹੋ, ਮੈਂ ਉਹਦੀ ਗੱਲ ਕੀਤੀ ਹੈ ਵੀ ਤੁਸੀਂ ਸਾਬਤ ਸੂਰਤ ਸਿੱਖ ਹੋ, ਤੁਸੀਂ ਹਿੰਦੂ ਭਾਈਚਾਰੇ, ਸਿੱਖ ਭਾਈਚਾਰਾ, ਪੰਜਾਬ ਦੀ ਜਿਹੜੀ ਭਾਈਚਾਰਕ ਸਾਂਝ ਹੈ ਉਹਦੀ ਗੱਲ ਕਰੋ। ਤੁਸੀਂ ਇਲੈਕਸ਼ਨ ਦੇ ਵਿੱਚ ਸਾਫ਼ ਦੇਖ ਲਿਆ ਹੈ ਵੀ ਲੋਕਾਂ ਨੇ ਇਸ ਜਿਹੜੀ ਧਰਮ ਜਾਤ ਪਾਤ ਦੀ ਰਾਜਨੀਤੀ ਨੂੰ ਪੰਜਾਬ ਦੇ ਵਿੱਚ ਨਕਾਰਿਆ ਹੈ, ਤੁਸੀਂ ਭਲੀ ਭਾਂਤ ਦੇਖਿਆ। ਸੋ ਪੰਜਾਬ ਦੇ ਲੋਕ ਐਟਲੀਸਟ ਤੁਸੀਂ ਤੁਹਾਡਾ ਇਹ ਜਿਹੜਾ ਸੌਦਾ ਪੱਤਾ ਕਿਤੇ ਹੋਰ ਸਟੇਟਸ ਦੇ ਵਿੱਚ ਜ਼ਰੂਰ ਚੱਲ ਸਕਦਾ। ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝਦੇ ਨੇ, ਪੰਜਾਬ ਦੇ ਲੋਕ ਚਾਹੁੰਦੇ ਨੇ ਇੱਥੇ ਰੁਜ਼ਗਾਰ ਹੋਏ, ਪੰਜਾਬ ਦੇ ਲੋਕ ਚਾਹੁੰਦੇ ਨੇ ਇੱਥੇ ਘਰ ਘਰ ਨੌਕਰੀ ਹੋਏ। ਹਿੰਦੁਸਤਾਨ ਚੋਂ ਖਤਮ ਹੋ ਗਿਆ, ਸਾਰੇ ਹਿੰਦੁਸਤਾਨ ਚੋਂ ਨਕਾਰ ਕੇ ਡਬਲ ਡਿਜਿਟ ਦੀ ਪਾਰਟੀ ਤੁਸੀਂ ਉੱਥੇ ਤੁਹਾਡੇ ਲਾਏ ਹੋਏ ਨੇ ਤਮਿਲਨਾਡੂ ਦੀ ਤੁਹਾਡੀ ਸਰਕਾਰ ਨਹੀਂ ਹੈਗੀ, ਕੇਰਲਾ 'ਚ ਨਹੀਂ ਹੈਗੀ ਤੁਹਾਡੀ ਸਰਕਾਰ, ਜਿੱਥੇ ਪੜ੍ਹੇ ਲਿਖੇ ਲੋਕ। ਸੰਧੂ ਸਾਹਿਬ ਮੁੱਦੇ ਤੇ ਆਓ, ਸੰਧੂ ਸਾਹਿਬ ਮੁੱਦੇ ਦੀ ਗੱਲ ਕਰੀਏ, ਮੁੱਦੇ ਦੀ ਗੱਲ ਕਰੀਏ। ਤੁਹਾਡੀ ਸਰਕਾਰ ਨਹੀਂ ਆਈ, ਸੋ ਕਿਆ ਗੱਲਾਂ ਕਰਦੇ ਤੁਸੀਂ। ਯੂਪੀ ਬਿਹਾਰ ਦੇ ਸਿਰ ਤੇ ਵੈਸਟ ਬੰਗਾਲ, ਜਿਹੜੇ ਵੈਸਟ ਬੰਗਾਲ 'ਚ ਤੁਹਾਡੀ ਸਰਕਾਰ ਨਹੀਂ ਹੈਗੀ, ਓਡੀਸ਼ਾ 'ਚ ਤੁਹਾਡੀ ਸਰਕਾਰ ਨਹੀਂ ਹੈਗੀ, ਕਿਉਂਕਿ ਉੱਥੇ ਲੋਕ ਧਰਮ ਜਾਤ ਪਾਤ ਨੂੰ ਨਕਾਰਦੇ ਨੇ। ਸੰਧੂ ਸਾਹਿਬ ਰੋਕਣਾ ਚਾਹੂੰਗਾ, ਸੱਜਣ ਜੀ ਦਾ ਪੱਖ ਜਾਣ ਲੈਂਦੇ ਆ। ਸੰਧੂ ਸਾਹਿਬ, ਸੱਜਣ ਜੀ ਦੇਖੋ, ਪੋਲੀਟੀਕਲ ਪਾਰਟੀਆਂ ਦਾ ਇੱਕ ਆਪਣਾ ਸਟੈਂਡ ਹੁੰਦਾ, ਇੱਕ ਆਪਣਾ ਕ੍ਰਾਈਟੇਰੀਆ ਹੁੰਦਾ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਗੱਲ ਰੱਖੀ ਜਾਂਦੀ ਹੈ। ਕਿਤੇ ਲੱਗਦਾ ਹੈ ਜਿਸ ਤਰ੍ਹਾਂ ਕਮਲ ਸੋਈ ਜੀ ਵੱਲੋਂ ਇੱਕ ਬਿਆਨ ਦਿੱਤਾ ਗਿਆ, ਅੱਜ ਚੈਨਲ ਦੇ ਉੱਤੇ ਬਹਿ ਕੇ ਇਹ ਗੱਲ ਰੱਖੀ ਗਈ ਹੈ ਕਿ ਮੰਦਰ ਨੂੰ ਘੇਰਨ ਦੀ ਤਿਆਰੀ, ਹਿੰਦੂ ਖਤਰੇ ਦੇ ਵਿੱਚ, ਤੇ ਇਹ ਗੱਲਾਂ ਨਾਲ ਲੱਗਦਾ ਹੈ ਕਿ ਇਹਨਾਂ ਗੱਲਾਂ ਕਰਕੇ ਹੀ ਸਿਕਿਉਰਿਟੀ ਦੀ ਲੋੜ ਪੈਂਦੀ ਹੈ, ਲੱਗਦਾ ਹੈ ਕਿ ਇਹਨਾਂ ਗੱਲਾਂ ਕਰਕੇ ਹੀ ਮਾਹੌਲ ਖਰਾਬ ਹੁੰਦੇ ਆ। ਕਿਵੇਂ ਵੇਖਦੇ ਹੋ ਤੁਸੀਂ ਇਸ ਨਜ਼ਰੀਏ ਨੂੰ? ਸੱਜਣ ਜੀ ਆਵਾਜ਼ ਨਹੀਂ ਆ ਰਹੀ, ਤੁਸੀਂ ਅਨਮਿਊਟ ਹੋ ਚੁੱਕੇ ਹੋ। ਮੈਂ ਜੀ ਹਾਂ, ਹੁਣ ਬੋਲੋ। ਹੈਲੋ ਜੀ, ਹੁਣ ਆਵਾਜ਼ ਆ ਰਹੀ ਹੈ ਜੀ। ਹਾਂ, ਮੇਰੀ ਬੇਨਤੀ ਹੈ ਜੀ, ਪਹਿਲੀ ਤਾਂ ਗੱਲ ਹੈ ਕਿ ਆਪਾਂ ਹੈਲਥ ਦੀ ਡਿਸਕਸ਼ਨ ਕਰੀਏ। ਮੈਨੂੰ ਬੜੀ ਪੀੜਾ ਹੁੰਦੀ ਹੈ ਜਦੋਂ ਅਸੀਂ ਆਨੇ ਥੋੜੇ ਸਮੇਂ ਦੇ ਲਈ ਜੋ ਇਸ਼ੂ ਸਹੀ ਮੈਂ ਚ ਟੱਚ ਕਰਨਾ ਚਾਹੀਦਾ ਉਹ ਨਹੀਂ ਹੁੰਦਾ ਜੀ। ਅਮਰੀਕਾ ਦੇ ਵਿੱਚ 18 ਬੱਚਿਆਂ ਦੀ ਮੌਤ ਹੋਈ। ਜੇ ਇਕੱਲੇ ਹਥਿਆਰ ਹੀ ਦੁਨੀਆ ਨੂੰ ਬਚਾ ਸਕਦੇ ਹੋਣ ਤੇ ਅਮਰੀਕਾ ਦੇ ਵਿੱਚ ਘਰ ਘਰ ਦੇ ਵਿੱਚ ਹਥਿਆਰ ਪਏ ਨੇ। ਉਹਨਾਂ ਦੇ ਕੋਲ ਆਪਣੇ ਘਰ ਦੇ ਵਿੱਚ, ਲੋਕਾਂ ਦੇ ਵਿੱਚ, ਆਮ ਘਰਾਂ ਦੇ ਵਿੱਚ 2-2 3-3 ਗਨਸ ਪਈਆਂ ਨੇ। ਬੜੇ ਸੈਂਸਿਟਿਵ ਇਸ਼ੂ ਹੈ ਉਹ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਜਿਹੜੀ ਅਨਇੰਪਲੋਇਮੈਂਟ ਹੈ, ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਇਸ਼ੂ ਹੈ, ਉਸ ਚੀਜ਼ ਦੇ ਨਾਲ ਸਾਡੀ ਸਿਕਿਉਰਿਟੀ ਜੁੜੀ ਹੋਈ ਹੈ ਜੀ। ਪੰਜਾਬ ਦੇ ਮਾਹੌਲ ਨੂੰ ਅਸੀਂ ਇਨ ਆਈਸੋਲੇਸ਼ਨ ਨਹੀਂ ਦੇ ਸਕਦੇ, ਜਿਸ ਤਰ੍ਹਾਂ ਸਟੇਟ ਸਬਜੈਕਟ ਦੀ ਗੱਲ ਕੀਤੀ ਹੈ। ਨਹੀਂ, ਐਸੀ ਗੱਲ ਨਹੀਂ ਹੈ। ਫਿਰ BSF ਨੂੰ ਵੱਧ ਅਧਿਕਾਰ ਦੇਣ ਦੀ ਜ਼ਰੂਰਤ ਕਿਉਂ ਪਵੇ? ਬਾਰਡਰ ਸਟੇਟ ਹੈ, ਸਾਨੂੰ ਆਪਣੇ ਇੰਟਰਨਲ ਖਤਰੇ ਘੱਟ ਨੇ, ਸਾਨੂੰ ਬਾਰਡਰ ਤੋਂ ਜ਼ਿਆਦਾ ਨੇ।
ਜਿਹਦੇ ਵਿੱਚੋਂ ਹੀ ਨਸ਼ਾ ਨਿਕਲਦਾ। ਸਾਡਾ ਪੰਜਾਬ ਦੇ ਵਿੱਚ ਜਿਹੜਾ ਮੈਕਸਿਮਮ ਨਸ਼ਾ ਆ ਰਿਹਾ ਉਹ ਬਾਰਡਰ ਤੋਂ ਆ ਰਿਹਾ, ਜਿਹਦੇ ਕਰਕੇ ਸਾਨੂੰ ਮੈਂ ਪਹਿਲਾਂ ਵੀ ਸਟਾਰਟਿੰਗ 'ਚ ਵੀ ਇਹ ਗੱਲ ਕੀਤੀ ਸੀਗੀ, ਇਹ ਬੜਾ ਸੈਂਸਿਟਿਵ ਇਸ਼ੂ ਹੈ। ਸਿਕਿਉਰਿਟੀ ਨੂੰ ਸਾਨੂੰ ਸਾਰੇ ਐਂਗਲ ਤੋਂ ਦੇਖਣ ਦੀ ਜ਼ਰੂਰਤ ਹੈ। ਅਸੀਂ ਇਹਨੂੰ ਉਸ ਪਾਸੇ ਵੱਲ ਨਾ ਲਿਜਾਈਏ ਕਿ ਇਹ ਪੁਰਾਣੀਆਂ ਗੱਲਾਂ ਨੂੰ ਛੇੜ ਕੇ ਆਪਾਂ ਜਿੰਨਾ ਮਰਜ਼ੀ ਬਹਿਸ ਕਰ ਲਈਏ, ਉਹਦੇ ਵਿੱਚੋਂ ਕੁਝ ਨਹੀਂ ਨਿਕਲਣਾ। ਨਿਕਲੇਗਾ ਤਾਂ ਇੱਥੋਂ ਹੀ ਪੰਜਾਬ ਦੀਆਂ ਏਜੰਸੀਜ਼ ਜਦੋਂ ਤੱਕ ਪ੍ਰੋਪਰਲੀ ਇਹਨੂੰ ਐਨਾਲਾਈਜ਼ ਨਹੀਂ ਕਰਦੀਆਂ, ਇਹਦੇ ਤੇ ਪ੍ਰੋਪਰ ਗਾਈਡਲਾਈਨਸ ਨਹੀਂ ਨਿਕਲਦੀਆਂ ਸਟੇਟ ਤੇ ਸੈਂਟਰ ਦੀਆਂ, ਫਿਰ ਉਦੋਂ ਤੱਕ ਇਹ ਮਸਲੇ ਦਾ ਹੱਲ ਕੋਈ ਨਹੀਂ ਨਿਕਲਣਾ। ਇਹਨੂੰ ਵਿਅਕਤੀਗਤ ਨਾ ਬਣਾਈਏ, ਇਹਦੇ ਉੱਤੇ ਬਹੁਤ ਹੀ ਗੰਭੀਰਤਾ ਦੇ ਨਾਲ ਸੋਚੀਏ, ਗੱਲ ਕਰੀਏ। ਇਹ ਗੈਂਗਸਟਰ ਕਿਉਂ ਪੈਦਾ ਹੋ ਰਹੇ ਨੇ, ਇਹ ਵੀ ਵਿਚਾਰ ਕਰਨ ਵਾਲੀ ਗੱਲ ਹੈ। ਯੂਥ ਵਿਦੇਸ਼ਾਂ ਨੂੰ ਕਿਉਂ ਭੱਜ ਰਿਹਾ, ਇਹ ਵੀ ਸੋਚਣ ਵਾਲੀ ਗੱਲ ਹੈ। ਜੇ ਅਸੀਂ ਜ਼ਿਆਦਾ ਅਸਲੇ ਦੇ ਨਾਲ ਲੈ ਕੇ ਸਿਕਿਉਰਿਟੀ ਵਾਲੇ ਜ਼ਿਆਦਾ ਲੋਕ ਵੀ ਖੜੇ ਕਰ ਦਿੰਦੇ ਆ, ਕੀ ਉਹਦੇ ਨਾਲ ਸਾਡੀ ਸਿਕਿਉਰਿਟੀ ਦੀ ਗਰੰਟੀ ਬਣਦੀ ਹੈ? ਇਹ ਸਾਰੀਆਂ ਚੀਜ਼ਾਂ ਬੜੇ ਅਜੀਬ ਪ੍ਰੋਪਰ ਢੰਗ ਦੇ ਨਾਲ ਇਹ ਜਿਹੜੀਆਂ ਸੈਟਲ ਹੋਣੀਆਂ ਚਾਹੀਦੀਆਂ ਨੇ। ਇਹਦੇ ਉੱਤੇ ਪ੍ਰੋਪਰ ਵਿਚਾਰ ਹੋਣਾ ਚਾਹੀਦਾ। ਇੱਕ ਹੋਰ ਜਿਹੜੀ ਦੂਸਰੀ ਗੱਲ ਹੈਗੀ ਹੈ, ਆਪਾਂ ਅੱਜ ਕੋਈ ਵੀ ਪੋਲੀਟੀਕਲ ਪਾਰਟੀ ਇੱਕ ਦੂਜੇ ਨੂੰ ਬਲੇਮ ਨਾ ਦੇਈਏ। ਪਾਸਟ ਦਾ ਰਿਕਾਰਡ ਬੜਾ ਸਪਸ਼ਟ ਹੈ। ਅਸੀਂ ਆਪਣੀ ਪ੍ਰੋਟੈਕਸ਼ਨ ਦੇ ਲਈ, ਆਪਣੇ ਕੰਮ ਕੱਢਣ ਦੇ ਲਈ, ਆਪਣੇ ਮਫਾਦ ਦੇ ਲਈ ਗੈਂਗਸਟਰਸ ਨੂੰ ਹਵਾ ਦਿੱਤੀ ਗਈ ਹੈ। ਹੁਣ ਪ੍ਰੈਜ਼ੈਂਟ ਮੌਜੂਦਾ ਸਰਕਾਰ ਦਾ ਸਮਾਂ ਅਜੇ ਥੋੜਾ ਹੋਇਆ, ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਕਿਆ ਇਹ ਸਰਕਾਰ ਵੀ ਇਹਨਾਂ ਚੀਜ਼ਾਂ ਨੂੰ ਗੰਭੀਰਤਾ ਦੇ ਨਾਲ ਲਏਗੀ ਜਾਂ ਉਹਨਾਂ ਦੀ ਸਪੋਰਟ ਦੇ ਨਾਲ ਪੰਜਾਬ ਦੇ ਵਿੱਚ ਅੱਗੇ ਤਾਣਾ ਬਾਣਾ ਬਣੇਗਾ? ਜੇ ਉਹਨਾਂ ਲਾਈਨਾਂ ਤੇ ਹੀ ਚੱਲਣਾ ਤੇ ਫਿਰ ਜਿਹੜੇ ਹੈਗੇ ਆ ਸਿਕਿਉਰਿਟੀ ਦੇ ਜਿਹੜੇ ਮੁੱਦੇ ਨੇ, ਇਹ ਡੈਫੀਨੇਟਲੀ ਉੱਠਣਗੇ। ਲੋਕ ਸਿਕਿਉਰਿਟੀ ਵੀ ਮੰਗਣਗੇ। ਸੋ ਜਿਹੜਾ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ, ਉਹਦੇ ਤੇ ਜਾਈਏ ਆਪਾਂ ਕਿ ਜੇ ਅਸੀਂ ਪੰਜਾਬ ਦੇ ਵਿੱਚ ਪੀਸ ਚਾਹਨੇ ਆ, ਦਿਲੋਂ ਕਰੀਏ ਗੱਲ। ਸਾਰੇ ਲੋਕ ਹਰ ਵਰਗ ਦੇ ਲੋਕ ਇਹ ਚਾਹਣ ਕਿ ਪੰਜਾਬ ਸ਼ਾਂਤੀ ਹੋਣੀ ਚਾਹੀਦੀ ਹੈ। ਦੁਸ਼ਮਣ ਤੇ ਵੀ 84 ਨਾ ਆਵੇ, ਦੁਸ਼ਮਣ ਤੇ ਵੀ ਇਸ ਤਰ੍ਹਾਂ ਦਾ ਵਰਤਾਰਾ ਕਦੀ ਨਾ ਵਾਪਰੇ ਕਿ ਪੰਜਾਬ ਮੁੜ ਕੇ ਇਦਾਂ ਦੇ ਹਾਲਾਤ ਦੇਖੇ। ਜੋ ਪਾਸਟ ਹੈ, ਹਿਸਟਰੀ ਹਮੇਸ਼ਾ ਹੀ ਪੜ੍ਹੀ ਜਾਂਦੀ ਨੇ ਕਿ ਉਸ ਤੋਂ ਸਬਕ ਸਿੱਖੀਏ ਅਸੀਂ, ਨਾ ਕਿ ਹਿਸਟਰੀ ਰਿਪੀਟ ਹੋਵੇ। ਹਿਸਟਰੀ ਰਿਪੀਟ ਨਹੀਂ ਹੋਣੀ ਚਾਹੀਦੀ। ਲੈਸਨ ਲੈਣੇ ਚਾਹੀਦੇ ਨੇ। ਲੈਸਨ ਲੈ ਕੇ ਸਾਨੂੰ ਉਸ ਪਾਸੇ ਵੱਲ ਸਾਨੂੰ ਵਧਣਾ ਚਾਹੀਦਾ। ਇਹ ਵੀ ਸਾਨੂੰ ਯਾਦ ਰੱਖਣਾ ਚਾਹੀਦਾ, ਸਿਕਿਉਰਿਟੀ ਦੇ ਉੱਤੇ ਸਾਡਾ ਪੈਸਾ ਹੈ। ਆਮ ਜਨਤਾ ਦੀ ਜਿਹੜੀ ਹੈਗੀ ਇਨਕਮ ਟੈਕਸ ਪੇਈ ਜਿਹੜੇ ਲੋਕ ਨੇ ਉਹ ਪੇ ਕਰਦੇ ਨੇ। ਪਿਛਲੇ ਸਮਿਆਂ ਦੇ ਵਿੱਚ ਅਗਰ ਕਿਤੇ ਜੌਬ ਮਿਲੀ ਹੈ ਤਾਂ ਉਹ ਸਿਕਿਉਰਿਟੀ ਪੰਜਾਬ ਪੁਲਿਸ ਦੀ ਭਰਤੀ ਵਿੱਚ ਹੋਈ ਹੈ। ਜ਼ਰੂਰਤ ਕਿਤੇ ਹੋਰ ਪਾਸੇ ਹੈ ਜਿੱਥੇ ਮੈਕਸਿਮਮ ਲੋਕਾਂ ਨੂੰ ਕੰਮ ਮਿਲੇ, ਇਹ ਹੱਥਾਂ ਨੂੰ ਕੰਮ ਮਿਲੇ, ਇੰਪਲੋਇਮੈਂਟ ਮਿਲੇ, ਸ਼ਾਂਤੀ ਬਣੇ। ਮੈਂ ਬੈਦਨਾ ਕਹਿਣਾ ਕਿ ਇਹ ਮੇਰੇ ਸਾਥੀ ਬੜੇ ਇੰਟੈਲੈਕਚੁਅਲ ਸਾਥੀ ਨੇ, ਤੁਸੀਂ ਪਿੰਡਾਂ ਦਾ ਐਨਾਲਿਸਿਸ ਕਰ ਲਓ, ਜਿੱਥੇ ਲੋਕ ਕਿਤੇ ਨਾ ਕਿਸੇ ਕਿੱਤੇ ਧੰਦੇ 'ਚ ਇੰਪਲੋਇਮੈਂਟ 'ਚ ਜੁੜੇ ਹੋਏ ਨੇ, ਉੱਥੇ ਹਮੇਸ਼ਾ ਹੀ ਝਗੜੇ ਘੱਟ ਹੋਣਗੇ, ਉੱਥੇ ਹਮੇਸ਼ਾ ਹੀ ਸ਼ਾਂਤੀ ਬਣੀ ਰਹੇਗੀ। ਜਿੱਥੇ ਵਿਹਲੜ ਲੋਕ ਹੋਣਗੇ ਉੱਥੇ ਉਹ ਗੈਂਗਸਟਰ ਬਣ ਕੇ ਨਸ਼ਿਆਂ ਦੇ ਧੰਦੇ 'ਚ ਪੈਣਗੇ, ਗਲਤ ਰਸਤੇ 'ਚ ਪੈਣਗੇ ਤੇ ਮਰਡਰ ਵੀ ਕਰਨਗੇ, ਕਤਲ ਵੀ ਕਰਨਗੇ ਤੇ ਫਿਰ ਸਾਨੂੰ ਦੂਸਰੇ ਪਾਸੇ ਲਿਜਾ ਕੇ ਢੱਕ ਦੇਣਗੇ। ਅਸੀਂ ਪੰਜਾਬ ਨੂੰ ਇਸ ਚੀਜ਼ ਤੋਂ ਬਚਾਉਣਾ ਹੈ। ਮੇਰੀ ਇਹ ਬੇਨਤੀ ਹੈ ਕਿ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਇਸ ਪਾਸੇ ਵੱਲ ਧਿਆਨ ਦੇਣ ਕਿ ਅਸੀਂ ਬਚਾਈਏ ਕਿ ਮਾਨ ਸਾਹਿਬ ਨੂੰ। ਫਿਰ ਜਿਹੜੀ ਤੁਸੀਂ ਗੱਲ ਕਰਦੇ ਆ ਬੜੀ ਗੰਭੀਰਤਾ ਦੇ ਨਾਲ, ਇੰਨਾ ਈਜ਼ੀ ਨਹੀਂ ਹੈ ਜਿਸ ਢੰਗ ਦੇ ਨਾਲ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ ਕਿ ਇਮੀਡੀਏਟ ਅਰਲੀ ਉੱਠ ਕੇ ਜਿਸ ਢੰਗ ਦੇ ਨਾਲ ਅਰਲੀ ਅਵਰਸ ਦੇ ਵਿੱਚ ਏਡੇ ਵੱਡੇ ਆਰਡਰ ਕਰ ਦਿੱਤੇ ਨੇ। ਮੇਰਾ ਖਿਆਲ ਹੈ ਕਿ ਇਹਦੇ ਤੇ ਥੋੜੀ ਜਿਹੀ ਹੋਰ ਗੰਭੀਰਤਾ ਦੇ ਨਾਲ ਵਿਚਾਰ ਕਰਨ ਦੀ ਜ਼ਰੂਰਤ ਸੀ। ਸੰਧੂ ਸਾਹਿਬ, ਤੁਹਾਡਾ ਪੱਖ ਜਾਣਨਾ ਚਾਹਾਂਗਾ ਕਿ ਜਿਸ ਤਰ੍ਹਾਂ ਸੱਜਣ ਸਿੰਘ ਜੀ ਨੇ ਦੱਸਿਆ ਹੈ, ਤੁਸੀਂ ਵੀ ਪਿਛਲੇ 5 ਸਾਲ ਇਸ ਪੰਜਾਬ ਦੀ ਸੱਤਾ ਦੇ ਵਿੱਚ ਰਹੇ ਹੋ, ਤੇ ਕਿਵੇਂ ਵੇਖਦੇ ਹੋ, ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿ ਕਿਵੇਂ ਇਸ ਸਿਕਿਉਰਿਟੀ ਤੋਂ ਵੀ ਛੁਟਕਾਰਾ ਪਾਇਆ ਜਾ ਸਕੇ ਤੇ ਪੰਜਾਬ ਦੇ ਵਿੱਚ ਪੀਸ ਵੀ ਬਣ ਸਕੇ? ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ? ਕਿਵੇਂ ਈਜ਼ੀ ਲੱਗਦਾ ਹੈ, ਕਿਸ ਤਰੀਕੇ ਨਾਲ ਸੌਖਾ ਲੱਗਦਾ ਹੈ? ਤੁਸੀਂ ਵੀ ਸਰਕਾਰਾਂ ਦੇ ਵਿੱਚ ਰਹੇ ਹੋ ਕਿ ਜੇਕਰ ਇਹਨਾਂ ਨੂੰ ਬਿਲਕੁਲ ਪੀਸਫੁਲ ਤਰੀਕੇ ਦੇ ਨਾਲ ਚਲਾਇਆ ਜਾਵੇ ਤਾਂ ਜੋ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ, ਭਾਵੇਂ ਉਹ ਦੇਸ਼ ਦਾ ਕੋਈ ਵੀ ਨਾਗਰਿਕ ਹੋਵੇ, ਕਿਉਂਕਿ ਹਰ ਇੱਕ ਨਾਗਰਿਕ ਟੈਕਸ ਪੇਅਰ ਹੈ। ਸਵੇਰੇ ਉੱਠਦਾ ਹੈ, ਉਹ ਟੈਕਸ ਦਿੰਦਾ ਹੈ, ਉਹ ਸਾਰੇ ਟੈਕਸ ਦਾ ਪੈਸੇ ਦਾ ਹੀ ਸਿਕਿਉਰਿਟੀ ਨੂੰ ਲੈ ਕੇ ਜੋ ਵੀ ਸਰਕਾਰਾਂ ਤੇ ਖਰਚ ਹੁੰਦਾ ਹੈ ਉਹ ਸਾਰਾ ਉਸ ਛੋਟੇ ਨਾਗਰਿਕ ਤੋਂ ਹੀ ਸ਼ੁਰੂ ਹੁੰਦਾ ਹੈ।
ਤੇ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ? 2 ਮਿੰਟ ਦੇ ਵਿੱਚ ਆਪਣੀ ਗੱਲ ਰੱਖੋ। ਦੇਖੋ ਸੱਜਣ ਜੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ। ਇਸ ਟਾਈਮ ਪੰਜਾਬ ਨੂੰ ਇੰਪਲੋਇਮੈਂਟ ਦੀ ਜ਼ਰੂਰਤ ਹੈ, ਨਸ਼ੇ ਤੋਂ ਰਹਿਤ ਦੀ ਜ਼ਰੂਰਤ ਹੈ। ਉਹਦੇ ਵਿੱਚ ਬਿਲਕੁਲ ਜਾਇਜ਼ ਹੈ, ਜਿੱਥੇ ਇੰਪਲੋਇਮੈਂਟ ਹੋਏਗੀ, ਲੋਕਾਂ ਦਾ ਧਿਆਨ ਕੰਮਕਾਜ ਵੱਲ ਹੋਏਗਾ, ਰੁਜ਼ਗਾਰ ਵੱਲ ਹੋਏਗਾ, ਉੱਥੇ ਹਮੇਸ਼ਾ ਹੀ ਕ੍ਰਾਈਮ ਘੱਟ ਹੁੰਦਾ ਹੈ। ਵੈਸਟਰਨ ਕੰਟਰੀ ਵਿੱਚ ਕ੍ਰਾਈਮ ਇਸੇ ਕਰਕੇ ਘੱਟ ਹੈ ਕਿਉਂਕਿ ਸਵੇਰੇ 8 ਤੋਂ ਲੈ ਕੇ ਸ਼ਾਮ 6 ਵਜੇ ਤੱਕ ਕੋਈ ਨੌਕਰੀ ਹੁੰਦਾ ਹੈ, ਕੋਈ ਜੌਬ ਦੇ ਵਿੱਚ ਹੁੰਦਾ, ਤਾਂ ਲੋਕਾਂ ਨੂੰ ਧਿਆਨ ਹੀ ਨਹੀਂ ਜਾਂਦਾ, ਨਸ਼ੇ ਵੱਲ ਜਾਂਦਾ ਹੈ ਨਾ ਕ੍ਰਾਈਮ ਵੱਲ ਜਾਂਦਾ ਹੈ। ਜਦੋਂ ਵਿਹਲਾ ਮਾਨ ਨੇ ਸ਼ੈਤਾਨ ਦਾ ਘਰ ਹੈ, ਵਿਹਲਾ ਹੋਏਗਾ ਤਾਂ ਨਸ਼ਾ ਕਰੂਗਾ, ਉਹ ਜਿਹੜੇ ਸ਼ਰਾਰਤੀ ਅੰਸਰ ਨੇ ਉਹ ਤਾਂ ਨਜਾਇਜ਼ ਫਾਇਦਾ ਚੱਕਣਗੇ, ਚਾਹੇ ਪੋਲੀਟੀਕਲ ਨੇ ਚਾਹੇ ਕੋਈ ਵੀ ਨੇ। ਜਦੋਂ ਪਤਾ ਹੋਵੇ ਕਿ ਇਹ ਵਿਹਲਾ ਬੰਦਾ ਨਸ਼ਾ ਕਰਦਾ ਜਾਂ ਇਹਨੂੰ ਪੈਸੇ ਦੀ ਜ਼ਰੂਰਤ ਹੈ। ਹੁਣ ਪਿੱਛੇ ਦੇਖੋ ਆਪਣਾ ਲੁਧਿਆਣੇ ਮਰਡਰ ਹੋਇਆ ਹੈ, ਜਿਹੜਾ ਪੁੱਤ ਨੇ ਕਰਵਾਇਆ ਵਿਹਲੇ ਜਾਂ ਤਾਂ ਉਹਨਾਂ ਨੂੰ ਸੁਪਾਰੀ ਦੇ ਗਈ, ਬਿਲਕੁਲ ਵਿਹਲੇ ਸੀਗੇ, ਉਹਨਾਂ ਨੂੰ ਸੁਪਾਰੀ ਦਿੱਤੀ ਆਪਣੇ ਮਾਂ ਪਿਓ ਦੀ। ਤੇ ਇਸ ਤਰ੍ਹਾਂ ਦੀ ਜਿਹੜੀ ਘਟਨਾ ਨੇ ਉਹ ਤਾਂ ਹੀ ਘਟਣਗੀਆਂ ਇੰਪਲੋਇਮੈਂਟ ਹੋਈ, ਇੰਪਲੋਇਮੈਂਟ ਬਣੇਗੀ ਤੇ ਨਸ਼ਾ ਆਪੇ ਘੱਟ ਜਾਏਗਾ। ਹਾਂ ਜ਼ਰੂਰ ਇੱਕ ਗੱਲ ਹੈਗੀ ਹੈ, ਬਾਰਡਰ ਸਟੇਟ ਹੈ, ਉੱਥੇ ਹੀ ਨਸ਼ਾ ਹੁੰਦਾ, ਉੱਥੇ ਹੀ ਆਪਾਂ ਨੂੰ ਜ਼ਿਆਦਾ ਖਤਰਾ ਸਿਕਿਉਰਿਟੀ ਇਸ਼ੂ ਪੰਜਾਬ ਦੇ ਨਾਲ ਹਮੇਸ਼ਾ ਰਹੇਗਾ। ਸਾਡੇ ਪਾਕਿਸਤਾਨ ਨਾਲ ਜਿਹੜੇ ਸੰਬੰਧ ਨੇ ਉਹ ਸੁਖਾਵੇਂ ਨਹੀਂ ਹੈਗੇ। ਪਾਕਿਸਤਾਨ ਹਮੇਸ਼ਾ ਕੋਸ਼ਿਸ਼ ਕਰਦਾ ਹੈ ਕਿ ਪੰਜਾਬ ਵਿੱਚ ਭਾਰਤ ਦੀ ਚੀਜ਼ ਹੈ ਜਿਹੜੀ ਸ਼ਾਂਤੀ ਉਹ ਭੰਗ ਕੀਤੀ ਜਾਏ, ਪੰਜਾਬ ਦੀ ਸ਼ਾਂਤੀ ਭੰਗ ਹੋਏ। ਤੇ ਉਹਦੀਆਂ ਜਿਹੜੀਆਂ ਚਾਲਾਂ ਨੇ ਉਹਨਾਂ ਨੂੰ ਕੰਮ ਸਿਕਿਉਰਿਟੀ ਏਜੰਸੀ ਦਾ ਕੰਮ ਹੈ, ਸਟੇਟ ਦੀਆਂ ਤੇ ਸੈਂਟਰ ਦੀਆਂ। ਤੇ ਸਿਕਿਉਰਿਟੀ ਹਮੇਸ਼ਾ ਇਸ਼ੂ ਰਹੇਗੀ, ਪਰ ਇਹ ਪ੍ਰੋਪਰ ਜਿਹੜੇ ਲੋਕਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਮਿਲਣੀ ਚਾਹੀਦੀ ਹੈ, ਜਾਂ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਰਹੇ ਹੋਏ ਨੇ ਉਹਨਾਂ ਨੂੰ ਵੱਧ ਵਧੀਆ ਲੋੜ ਹੈ, ਕਿਉਂਕਿ ਦੇਸ਼ ਦੇ ਅੰਦਰ ਦੀਆਂ ਤਾਕਤਾਂ ਨਾਲ ਵੀ ਜਿਹੜੇ ਨਜਾਇਜ਼ ਦੇ ਲੋਕ ਕੰਮ ਕਰਦੇ ਨੇ ਤਾਂ ਕਿਤੇ ਨਾ ਕਿਤੇ ਖਤਰਾ ਰਹਿੰਦਾ ਹੈ। ਸੋ ਸਰਕਾਰ ਨੂੰ ਸੋਚ ਸਮਝ ਕੇ ਇਹੋ ਜਿਹੇ ਫੈਸਲੇ ਲੈਣੇ ਚਾਹੀਦੇ ਨੇ ਸੈਂਟਰਲ ਏਜੰਸੀ ਦੇ ਨਾਲ, ਜਿਹੜਾ ਤਾਲਮੇਲ ਬਣਾ ਕੇ। ਇਹ ਨਹੀਂ 2 ਮਹੀਨੇ ਦੇ ਵਿੱਚ ਤੁਹਾਨੂੰ ਪਤਾ ਲੱਗ ਗਿਆ ਵੀ ਨਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸਿਕਿਉਰਿਟੀ ਦੀ ਲੋੜ ਹੈ, ਨਾ ਡੇਰਾ ਬਿਆਸ ਵਾਲਿਆਂ ਨੂੰ ਲੋੜ ਹੈ, ਨਾ ਪਿੰਡਾਂ ਵਾਲਿਆਂ ਨੂੰ ਲੋੜ ਹੈ, ਨਾ ਜਿਹੜੇ ਪੁਰਾਣੇ ਸਾਡੇ ਐਮਐਲਏ ਸਾਹਿਬਾਨ ਨੇ ਜਿਹੜੇ ਇਸ ਵਾਰੀ ਹਾਰੇ 3-3 4 ਵਾਰ ਨੇ ਉਹ ਵੀ ਪਾਰਸ਼ਲ ਦਾ ਕੰਮ ਕਰਦੀ ਹੈ ਸਰਕਾਰ। ਹਾਂ ਜੇ ਤੁਹਾਨੂੰ ਐ ਵੀ ਸਿਕਿਉਰਿਟੀ ਆਪਾਂ ਨੂੰ ਪਤਾ ਵੀ ਆਪਾਂ ਨੂੰ ਇੱਥੇ ਪੁਲਿਸ ਦੀ ਕਮੀ ਹੈ ਤਾਂ ਉਹ ਭਰਤੀ 70,000 ਭਰਤੀਆਂ ਅਜੇ ਸਾਹਮਣੇ ਪਈਆਂ ਨੇ, ਉਹ ਕੰਮ ਉਹਨਾਂ ਨੂੰ ਰੁਜ਼ਗਾਰ ਦਿਓ, ਭਰਤੀਆਂ ਪੂਰੀਆਂ ਕਰੋ, ਥਾਣਿਆਂ ਦੇ ਵਿੱਚ ਪੂਰੀ ਹੋਵੇ। ਤਾਂ ਮੈਂ ਇਹ ਜਿਹੜਾ ਸਰਕਾਰ ਦਾ ਫੈਸਲਾ ਹੈ ਬਿਲਕੁਲ ਅਮਿਚੁਰ ਫੈਸਲਾ, ਇਹਨੂੰ ਰਿਵਾਈਵ ਕਰਨ ਦੀ ਇਹਨੂੰ ਦੁਬਾਰਾ ਸੋਚਣ ਦੀ ਲੋੜ ਹੈ। ਜੀ ਸੋਈ ਸਾਹਿਬ, ਤੁਸੀਂ ਕਿੰਨਾ ਕੁ ਸਹਿਮਤ ਹੋ ਸੱਜਣ ਸਿੰਘ ਦੇ ਬਿਆਨ ਦੇ ਨਾਲ? ਸੱਜਣ ਸਿੰਘ ਵੱਲੋਂ ਜਿਸ ਤਰ੍ਹਾਂ ਦਾ ਬਿਆਨ ਦਿੱਤਾ ਗਿਆ ਹੈ ਕਿ ਇੰਜੈਕਚੁਅਲ ਹੋ ਕੇ ਬਿਲਕੁਲ ਪਿਓਰਟੀ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਸੁਹਿਰਦਤਾ ਵੀ ਵਰਤੀ ਜਾ ਸਕੇ, ਸਿਕਿਉਰਿਟੀ ਤੋਂ ਵੀ ਦੂਰ ਰਿਹਾ ਜਾ ਸਕੇ ਤੇ ਕੰਮਕਾਜ ਵੀ ਹੋ ਸਕੇ ਤੇ ਦੇਸ਼ ਦੇ ਵਿੱਚ ਪੀਸ ਵੀ ਬਣਾਈ ਜਾ ਸਕੇ। ਸੱਜਣ ਸਿੰਘ ਜੀ ਵੱਲੋਂ ਇੱਕ ਇਹ ਗੱਲ ਬਹੁਤ ਵੱਡੀ ਕਹੀ ਗਈ ਹੈ ਕਿ ਅਮਰੀਕਾ ਦੇ ਵਿੱਚ ਤਾਂ ਘਰ ਘਰ ਹਥਿਆਰ ਨੇ। ਹਾਲਾਂਕਿ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਪੁਲਿਸ ਦੇ ਕੋਲ ਲਗਭਗ 1.5 ਲੱਖ ਹਥਿਆਰ ਹੈ ਤੇ ਪੰਜਾਬ ਦੇ ਲੋਕਾਂ ਦੇ ਕੋਲ ਲਗਭਗ 4 ਲੱਖ ਹਥਿਆਰ ਲਾਇਸੈਂਸੀ ਮੌਜੂਦ ਹੈ, ਪਰੰਤੂ ਫਿਰ ਵੀ ਸਿਕਿਉਰਿਟੀਆਂ ਦੀ ਲੋੜ ਪੈਣਾ। ਤੁਸੀਂ ਇਸ ਨਜ਼ਰੀਏ ਨੂੰ ਕਿਵੇਂ ਦੇਖਦੇ ਹੋ? ਸੱਜਣ ਸਿੰਘ ਦੇ ਬਿਆਨ ਨੂੰ ਕਿਵੇਂ ਵੇਖਦੇ ਹੋ? ਬਹੁਤ ਵਧੀਆ ਉਹਨਾਂ ਨੇ ਇਹ ਜੋ ਕਿਹਾ ਹੈਗਾ ਬਿਲਕੁਲ ਸਹੀ ਕਿਹਾ ਕਿ ਸਿਕਿਉਰਿਟੀ ਜਿਹੜੀ ਹੈ ਆ ਇੱਕ ਕਿਸਮ ਦਾ ਕੁਝ ਪੁਰਾਣੇ ਸਮਿਆਂ ਦੌਰਾਨ ਇੱਕ ਫੈਸ਼ਨ ਜਿਹਾ ਬਣਿਆ ਹੋਇਆ ਸੀਗਾ। ਅੱਜ ਸਭ ਤੋਂ ਜ਼ਿਆਦਾ ਜ਼ਰੂਰਤ ਹੈਗੀ ਹੈ ਕਿ ਲਾ ਐਂਡ ਆਰਡਰ ਨੂੰ ਖਰਾਬ ਨਾ ਹੋਣ ਦਿੱਤਾ ਜਾਏ। ਇੱਕ ਛੋਟਾ ਜਿਹਾ ਇਨਸੀਡੈਂਟ ਹੀ ਨਾ ਉਹ ਚਿੰਗਾੜੀ ਬਣ ਕੇ ਤੇ ਭੰਬਲ ਮਚਾ ਦਿੰਦਾ ਸਟੇਟ ਦੇ ਵਿੱਚ ਜਾਂ ਜ਼ਿਲ੍ਹਿਆਂ ਦੇ ਵਿੱਚ ਜਾਂ ਟੈਰੀਟਰੀਜ਼ ਦੇ ਵਿੱਚ। ਉਸ ਨੂੰ ਕੰਟਰੋਲ ਕਰਨਾ ਪਹਿਲੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ ਸਾਡੀ ਪੰਜਾਬ ਪੁਲਿਸ ਦੀ। ਪੰਜਾਬ ਪੁਲਿਸ ਨੇ ਪਹਿਲਾਂ ਵੀ ਬਹੁਤ ਵਧੀਆ ਕੰਮ ਕੀਤੇ ਨੇ, ਹਿੰਦੁਸਤਾਨ ਦੀ ਵਨ ਆਫ ਦੀ ਬੈਸਟ ਫੋਰਸ ਹੈਗੀ ਹੈ। ਤੇ ਮੈਨੂੰ ਲੱਗਦਾ ਹੈ ਸਿਕਿਉਰਿਟੀ ਤਾਂ ਹੀ ਜ਼ਰੂਰਤ ਹੁੰਦੀ ਹੈ ਜਦੋਂ ਐਂਟੀ ਸੋਸ਼ਲ ਐਲੀਮੈਂਟ ਗੈਂਗਸਟਰਸ ਜਿਹੜੇ ਨੇ ਉਹ ਮਾਹੌਲ ਖਰਾਬ ਕਰਨ ਲਈ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਯੂਜ਼ ਕਰਦੀਆਂ ਨੇ। ਜਿਵੇਂ ਤੁਸੀਂ ਪਹਿਲਾਂ ਕੁਐਸਚਨ ਕੀਤਾ ਸੀਗਾ, ਕੋਈ ਏਦਾਂ ਦੀ ਸ਼ਰਾਰਤ ਜਿਹੜੀ ਹੈ ਉਹ ਸਾਡੀ ਸਟੇਟ ਦਾ ਮਾਹੌਲ ਖਰਾਬ ਕਰ ਸਕਦੀ ਹੈ। ਮੈਂ ਪਹਿਲਾਂ ਵੀ ਕਿਹਾ ਸੀਗਾ ਥ੍ਰੈਟ ਪਰਸੈਪਸ਼ਨ ਦੇਖ ਕੇ ਸਿਕਿਉਰਿਟੀ ਦਿੱਤੀ ਜਾਣੀ ਚਾਹੀਦੀ ਹੈ ਤੇ ਜਿਹੜੇ ਬੰਦੇ ਨੂੰ ਸਿਕਿਉਰਿਟੀ ਦੀ ਜ਼ਰੂਰਤ ਹੈ ਉਹਨੂੰ ਸਿਕਿਉਰਿਟੀ ਦੇਣਾ ਸਰਕਾਰ ਦਾ ਫਰਜ਼ ਹੈਗਾ ਤੇ ਉਹ ਫਰਜ਼ ਉਹਨਾਂ ਨੂੰ ਨਿਭਾਉਣਾ ਚਾਹੀਦਾ। ਲੇਕਿਨ ਸਿਕਿਉਰਿਟੀ ਤਾਂ ਹੀ ਜ਼ਰੂਰਤ ਹੈ ਜੇ ਸਾਡੇ ਬੰਦੇ ਅਨਇੰਪਲੋਇਡ ਨੇ, ਜੇ ਉਹ ਨਸ਼ਿਆਂ ਦੇ ਵਿੱਚ ਲਿਪਤ ਨੇ, ਜੇ ਉਹਨਾਂ ਕੋਲ ਕੰਮ ਹੈ ਨਹੀਂ ਤੇ ਉਹ ਇਹਨਾਂ ਦੀਆਂ ਕਈ ਕੋਝੇ ਪੋਲੀਟੀਸ਼ੀਅਨਸ ਦੇ ਹੱਥਾਂ ਦੇ ਵਿੱਚ ਇੱਕ ਖਿਲੌਣਾ ਬਣ ਕੇ ਰਹਿ ਜਾਂਦੇ ਨੇ ਤੇ ਜੋ ਕਹਿੰਦੇ ਨੇ ਕਿ ਉਹ ਐਂਟੀ ਸੋਸ਼ਲ ਕੰਮ ਕਰਦੇ ਨੇ। ਆਹ ਵੀ ਸੁਣਨ ਚ ਆਇਆ ਕਿ ਕਈ ਪੋਲੀਟੀਸ਼ੀਅਨ ਚੋਣਾਂ ਦੇ ਵੇਲੇ ਗੈਂਗਸਟਰ ਜਿਹੜੇ ਨੇ ਬਾਹਰ ਦੂਜੀਆਂ ਸਟੇਟਾਂ ਤੋਂ ਮੰਗਵਾਉਂਦੇ ਨੇ ਤੇ ਚੋਣਾਂ ਨੂੰ ਰਿਗ ਕਰਦੇ ਨੇ। ਇਸ ਕਰਕੇ ਆਹ ਜਿਹੜੇ ਬੰਦੇ ਨੇ
ਜਿਨ੍ਹਾਂ ਦੇ ਆਪਣੇ ਮਤ ਦੇਖੋ ਕੀ ਹੁੰਦਾ ਜਦੋਂ ਅਸੀਂ ਪਬਲਿਕ ਲਾਈਫ 'ਚ ਬੈਠੇ ਆ, ਜਿੱਦਾਂ ਅੱਜ ਅਸੀਂ ਡਿਬੇਟ 'ਚ ਬੈਠੇ ਆ, ਚਾਹੇ ਸੰਧੂ ਸਾਹਿਬ ਹੋਣ, ਚਾਹੇ ਢਿੱਲੋਂ ਸਾਹਿਬ ਹੋਣ, ਚਾਹੇ ਮੈਂ ਹੋਵਾਂ, ਸਾਡੇ ਮੂੰਹੋਂ ਕੋਈ ਨਾ ਕੋਈ ਗੱਲ ਪੋਲੀਟੀਕਲ ਆਪਣੀ ਪਾਰਟੀ ਦੇ ਹੱਕ 'ਚ ਨਿਕਲ ਜਾਂਦੀ ਹੈ ਤੇ ਉਹ ਜਿਹੜੇ ਦੂਜੀ ਪੋਲੀਟੀਕਲ ਪਾਰਟੀ ਦੇ ਲੋਕ ਨੇ ਉਹਦੀ ਇੱਕ ਰੰਜਿਸ਼ ਜਿਹੜੀ ਹੈ ਆਪਣੇ ਮਨਾਂ ਦੇ ਵਿੱਚ ਰੱਖਦੇ ਨੇ। ਜਿਹੜੀ ਇਹ ਪੋਲੀਟੀਕਲ ਰੰਜਿਸ਼ ਹੈ ਜਾਂ ਪੋਲੀਟੀਕਲ ਜਿਹੜੀ ਰਾਈਵਲਰੀ ਹੈ ਉਹ ਇੱਕ ਸਿਕਿਉਰਿਟੀ ਥ੍ਰੈਟ ਜਿਹੜੀ ਹੈ ਬਣ ਜਾਂਦੀ ਹੈ। ਇਸ ਕਰਕੇ ਜਿਹੜੇ ਪੋਲੀਟੀਕਲ ਲੋਕ ਨੇ ਉਹ ਸਿਕਿਉਰਿਟੀ ਮੰਗਦੇ ਨੇ ਕਿ ਕਿਤੇ ਉਹ ਰੰਜਿਸ਼ ਦੇ ਵੇਲੇ 'ਚ ਕਿਤੇ ਜਾਨ ਨੂੰ ਖਤਰਾ ਨਾ ਹੋ ਜਾਵੇ, ਸਿਕਿਉਰਿਟੀ ਥ੍ਰੈਟ ਨਾ ਹੋ ਜਾਵੇ। ਉਹਦੇ ਵਾਸਤੇ ਇੰਟੈਲੀਜੈਂਸ ਬਿਊਰੋ ਜਿਹੜਾ ਪੰਜਾਬ ਦੇ ਵਿੱਚ ਕੰਮ ਕਰਦਾ ਹੈਗਾ, ਹੋਰ ਹਿੰਦੁਸਤਾਨ ਦੀਆਂ ਏਜੰਸੀਜ਼ ਨੇ, ਪੰਜਾਬ ਦੀ ਖੁਦ ਇੰਟੈਲੀਜੈਂਸ ਏਜੰਸੀਜ਼ ਹੈਗੀ ਹੈ। ਸਿਕਿਉਰਿਟੀ ਥ੍ਰੈਟ ਪਰਸੈਪਸ਼ਨ ਦੇਖ ਕੇ ਅੱਜ ਦੇ ਟੌਪਿਕ ਦੇ ਮੁਤਾਬਿਕ ਉਹਨੂੰ ਸਿਕਿਉਰਿਟੀ ਦੇਣੀ ਚਾਹੀਦੀ ਹੈ ਤੇ ਸਿਰਫ ਫੈਸ਼ਨੇਬਲ ਜਾਂ ਸਿਰਫ ਇੱਕ ਕੀ ਚਾਰ ਗਨਮੈਨ ਜਾਂਦੇ ਨੇ ਤੇ ਕਿਸੇ ਤੇ ਰੋਪ ਪਾ ਲਓ ਤੇ ਜਾਂ ਕਿਸੇ ਨੂੰ ਡਰਾ ਲਓ, ਧਮਕਾ ਲਓ ਜਾਂ ਕੋਈ ਗੁੰਡਾਗਰਦੀ ਕਰ ਲਓ, ਉਹ ਸਿਆਸਤਦਾਨਾਂ ਕੋਲੋਂ ਸਿਕਿਉਰਿਟੀ ਵਾਪਸ ਲੈ ਕੇ ਸਹੀ ਕੰਮ ਥਾਣਿਆਂ 'ਚ ਸਿਕਿਉਰਿਟੀ ਲਾਓ, ਇਨਫੋਰਸਮੈਂਟ 'ਚ ਸਿਕਿਉਰਿਟੀ ਲਾਓ। ਪੰਜਾਬ ਇਸ ਵਕਤ ਨਸ਼ਿਆਂ ਦੀ ਗ੍ਰਿਫਤ 'ਚ ਹੈਗਾ। ਮੈਂ ਪਿਛਲੇ ਪ੍ਰੋਗਰਾਮ 'ਚ ਕਿਹਾ ਸੀਗਾ ਕਿ 30-32 ਜਗ੍ਹਾ ਏਦਾਂ ਦੀਆਂ ਨੇ, ਉਹ ਮੈਂ ਤੁਹਾਨੂੰ ਆਇਡੈਂਟੀਫਾਈ ਕਰਕੇ ਦੇ ਦੇਣਾ, ਆਪ ਪਾਰਟੀ ਵਾਲਿਓ ਉਹ ਜਗ੍ਹਾ ਤੇ ਜਾ ਕੇ ਨਸ਼ਾ ਖਤਮ ਕਰ ਦਿਓ। ਉਹਦੇ ਵਾਸਤੇ ਇੱਕ ਪੋਲੀਟੀਕਲ ਵਿਲ ਚਾਹੀਦੀ ਹੈਗੀ ਹੈ, ਗੈਂਗਸਟਰ ਖਤਮ ਕਰਨ ਵਾਸਤੇ, ਨਸ਼ਾ ਖਤਮ ਕਰਨ ਵਾਸਤੇ। ਪੰਜਾਬ ਪੁਲਿਸ ਕੋਲ ਬਹੁਤ ਵਧੀਆ ਅਫਸਰ ਨੇ, ਹਰਪ੍ਰੀਤ ਸਿੱਧੂ ਵਰਗੇ ਜਾਂ ਹੋਰ ਜਿੱਦਾਂ ਹੁਣੇ ਕੁਮਾਰ ਵਿਜੇ ਪ੍ਰਤਾਪ ਹੋਣਾ ਕਿਹਾ ਸੀਗਾ ਕਿ ਇਸ ਵਕਤ ਜ਼ਰੂਰਤ ਹੈਗੀ ਹੈ ਕਿ ਚੰਗੇ ਅਫਸਰ ਚੰਗੀ ਜਗ੍ਹਾ ਤੇ ਲਾਏ ਜਾਣ ਤਾਂ ਕਿ ਉਹ ਲਾਅ ਐਂਡ ਆਰਡਰ ਨੂੰ ਵੀ ਮੇਨਟੇਨ ਕਰਨ, ਗੈਂਗਸਟਰ ਵੀ ਖਤਮ ਕਰਨ, ਨਸ਼ਿਆਂ ਦੇ ਪੈਡਲਰ ਜਿਹੜੇ ਨੇ, ਨਸ਼ਿਆਂ ਦੇ ਵੱਡੇ ਸਮਗਲਰ ਨੇ, ਉਹਨਾਂ ਨੂੰ ਵੀ ਖਤਮ ਕਰਨ ਤਾਂ ਕਿ ਇਹ ਕੋੜ ਜਿਹੜਾ ਪੰਜਾਬ ਤੋਂ ਨਿਕਲ ਸਕੇ। ਤੇ ਜੋ ਭਗਵੰਤ ਮਾਨ ਹੁਣੀ ਕਹਿੰਦੇ ਨੇ ਰੰਗਲਾ ਪੰਜਾਬ, ਉਹ ਰੰਗਲਾ ਪੰਜਾਬ ਅਸਲੀਅਤ ਦੇ ਵਿੱਚ ਨਜ਼ਰ ਆਵੇ, ਕਿਤੇ ਕਿਤਾਬਾਂ 'ਚ ਬਣ ਕੇ ਰਹਿ ਨਾ ਜਾਵੇ। ਜੀ ਰਣਵੀਰ ਸਿੰਧੂ ਜੀ, ਲਾਸਟ ਸਟੇਟਮੈਂਟ ਤੁਹਾਡੀ ਲੈਣਾ ਚਾਹੂੰਗਾ। ਕਿਵੇਂ ਵੇਖਦੇ ਹੋ ਸੱਜਣ ਸਿੰਘ ਦੇ ਬਿਆਨ ਨਾਲ? 2 ਮਿੰਟ ਦੇ ਵਿੱਚ ਆਪਣੀ ਗੱਲ ਨੂੰ ਕੰਪਲੀਟ ਕਰਿਓ ਕਿਉਂਕਿ ਸਮਾਂ ਬਹੁਤ ਘੱਟ ਹੈ। ਵੇਖੋ ਜੀ, ਉਹ ਮੇਰੇ ਬਹੁਤ ਸਤਿਕਾਰਯੋਗ ਨੇ, ਉਹਨਾਂ ਦੇ ਜਿਹੜੇ ਬਿਆਨ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਜਿਹੜੇ ਵੇਖੋ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਹੋਣੀ ਬਹੁਤ ਵੱਡੀ ਲੋੜ ਹੈ ਤੇ ਇਹ ਜਿਹੜੀ ਉਹੀ ਸੂਬਾ ਤਰੱਕੀ ਕਰ ਸਕਦਾ ਜੇ ਉੱਥੋਂ ਦੇ ਲੋਕ ਆਪਸੀ ਸ਼ਾਂਤੀ ਤੇ ਇਤਫਾਕ ਨਾਲ ਸਮਾਜ ਦੇ ਵਿੱਚ ਵਿਚਰਦੇ ਆ। ਪਰ ਜਿਹੜੀ ਸਿਕਿਉਰਿਟੀ ਦੀ ਆਪਾਂ ਗੱਲ ਕੀਤੀ ਹੈ, ਮੈਂ ਮੰਨਦਾ ਕਿ ਵੇਖੋ ਭਲੇ ਮਾਨਸ ਬੰਦੇ ਦੇ ਵੀ ਬਹੁਤ ਜ਼ਿਆਦਾ ਦੁਸ਼ਮਣ ਬਣ ਜਾਂਦੇ ਆ। ਅੱਜ ਦਾ ਜ਼ਮਾਨਾ ਇਹੋ ਜਿਹਾ ਜੀ, ਜੇ ਕੋਈ ਤਰੱਕੀ ਕਰਨ ਲੱਗਦਾ, ਗਰੀਬ ਦਾ ਪੁੱਤ ਤਰੱਕੀ ਕਰਨ ਲੱਗਦਾ ਤੇ ਦੁਸ਼ਮਣ ਉਹਦੇ ਵੀ ਬਣ ਜਾਂਦੇ ਆ। ਜ਼ਰੂਰੀ ਇਕੱਲੀ ਪੋਲੀਟੀਕਲ ਬੰਦਾ ਜਿਹੜਾ ਉਹਨੂੰ ਹੀ ਸਿਕਿਉਰਿਟੀ ਦੀ ਲੋੜ ਨਹੀਂ ਹੁੰਦੀ। ਆਮ ਪਿੰਡਾਂ ਦੇ ਵਿੱਚ ਜਿਹੜੀਆਂ ਘਰੇਲੂ ਨਿੱਕੀਆਂ ਮੋਟੀਆਂ ਗੱਲਾਂ ਤੋਂ ਮਸਲੇ ਇੰਨੇ ਜ਼ਿਆਦਾ ਵਿਗੜ ਜਾਂਦੇ ਆ, ਜਾਂ ਕੋਈ ਰਾਜਨੀਤਿਕ ਜਿਹੜਾ ਲੀਡਰ ਹੁੰਦਾ ਉਹਨੂੰ ਕਈ ਵਾਰ ਆਪਦੇ ਸਪੋਰਟਰ ਦੀ ਪੱਖ ਵੀ ਲੈਣਾ ਪੈਂਦਾ ਆ, ਜਾਂ ਕਈ ਵਾਰ ਰਾਜਨੀਤੀ ਵਿੱਚ ਵਿਚਰਦਿਆਂ ਕਈ ਵਾਰ ਇਹੋ ਜਿਹੇ ਫੈਸਲੇ ਲੀਡਰ ਤੋਂ ਅਣਜਾਣੇ ਦੇ ਵਿੱਚ ਲਏ ਜਾਂਦੇ ਆ ਕਿ ਉਹਦੇ ਲੋਕ ਆ ਜਿਹੜੇ ਕਿਸੇ ਤਰੀਕੇ ਖਿਲਾਫ ਹੋ ਜਾਂਦੇ ਆ, ਤਾਂ ਫਿਰ ਉਹਨੂੰ ਮਤਲਬ ਧਮਕੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ, ਉਹਨੂੰ ਸਿਕਿਉਰਿਟੀ ਦੀ ਲੋੜ ਮਹਿਸੂਸ ਹੋਣ ਲੱਗ ਜਾਂਦੀ ਹੈ। ਚਲੋ ਸਿਕਿਉਰਿਟੀ ਮਿਲਣਾ ਮੈਂ ਜਾਇਜ਼ ਠਹਿਰਾਉਣਾ ਵੀ ਜਿਹੜੇ ਬੰਦੇ ਨੂੰ ਲੋੜ ਹੈ ਸਿਕਿਉਰਿਟੀ ਮਿਲ ਜੇ ਸ਼ਾਂਤੀ ਬਹਾਲ ਰੱਖਣ ਲਈ, ਕੋਈ ਉਹਦੇ 'ਚ ਮਾੜੀ ਗੱਲ ਨਹੀਂ। ਪਰ ਜਿਹੜੀ ਮੈਂ ਹੁਣ ਮੁੱਦੇ ਇਸ ਤੇ ਗਾਉਣਾ ਵੀ ਜਿਹੜੀ ਸਿਕਿਉਰਿਟੀ ਵਾਪਸ ਲੈ ਕੇ ਜਿੱਥੇ ਵਰਤੀ ਜਾ ਰਹੀ ਹੈ, ਆਇਡੈਂਟੀਫਾਈ ਚੀਜ਼ ਉਹ ਕਰਨ ਦੀ ਲੋੜ ਹੈ। ਵੇਖੋ ਅੱਜ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਲੀਡਰ ਇੰਨੇ ਵੱਡੇ ਕਾਫਲੇ ਲੈ ਕੇ ਇੰਨੀਆਂ ਪੁਲਿਸ ਦੀਆਂ ਗੱਡੀਆਂ ਲੈ ਕੇ ਘੁੰਮਦੇ ਆ, ਇਹਨਾਂ ਨੂੰ ਕਾਹਦਾ ਖਤਰਾ? ਤੇ ਅੱਜ ਮਾਨ ਸਾਹਿਬ ਸਭ ਤੋਂ ਵੱਧ ਸਿਕਿਉਰਿਟੀ ਆਪ ਲੈ ਕੇ ਫਿਰ ਰਹੇ ਆ, ਉਹਨਾਂ ਦੇ ਪਰਿਵਾਰਕ ਮੈਂਬਰ ਆ ਜਿਹੜੇ ਉਹ ਸਿਕਿਉਰਿਟੀ ਲੈ ਕੇ ਫਿਰ ਰਹੇ ਆ। ਤੇ ਮੈਂ ਤਾਂ ਮਤਲਬ ਇਹੀ ਗੱਲ ਕਰਦਾ ਸੀ ਕਿ ਜਿਹੜੀ ਸਿਕਿਉਰਿਟੀ ਜਿਹੜੇ ਬੰਦੇ ਨੂੰ ਲੋੜ ਹੈ ਉਹਨੂੰ ਮਿਲਣੀ ਚਾਹੀਦੀ ਆ। ਹੁਣ ਜਿਹਦੇ ਕੋਲ ਕੋਈ ਅਹੁਦਾ ਨਹੀਂ, ਜਿਹਦੀ ਕੋਈ ਦੁਸ਼ਮਣੀ ਨਹੀਂ, ਸਿਰਫ ਇਸੇ ਕਰਕੇ ਕਿ ਉਹ ਫਲਾਣੇ ਲੀਡਰ ਦਾ ਭੈਣ ਹੈ ਜਾਂ ਭਰਾ, ਸਿਕਿਉਰਿਟੀ ਦੇ ਦੇਣੀ। ਤੇ ਇੱਕ ਸਤਿਕਾਰਯੋਗ ਸ਼ਖਸੀਅਤ ਜਿਹੜੀ ਪੰਥ ਦੀ ਨੁਮਾਇੰਦਾ ਜਿਹੜੀ ਜਥੇਬੰਦੀ ਹੈ ਜਾਂ ਅਕਾਲ ਤਖਤ ਸਾਹਿਬ ਹੈ, ਉਹਦੇ ਜਥੇਦਾਰ ਸਾਹਿਬ ਤੋਂ ਸਿਕਿਉਰਿਟੀ ਵਾਪਸ ਲੈ ਕੇ ਤੇ ਕਾਮ ਬੰਦੇ ਨੂੰ ਦੇ ਦੇਣਾ ਕਿਧਰੇ ਵੀ ਨਿਆਂ ਵਾਲੀ ਗੱਲ ਨਹੀਂ ਲੱਗਦੀ। ਸੋ ਸਾਰੇ ਬੁਲਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਗੌਰਵ ਸੰਧੂ ਜੀ, ਕਮਲ ਸੋਈ ਜੀ, ਸੱਜਣ ਜੀ ਤੇ ਰਣਵੀਰ ਢਿੱਲੋਂ ਜੀ, ਬਹੁਤ-ਬਹੁਤ ਤੁਹਾਡਾ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸੋ ਵੱਖੋ-ਵੱਖ ਬੁਲਾਰਿਆਂ ਵੱਲੋਂ ਆਪੋ ਆਪਣੇ ਵਿਚਾਰ ਰੱਖੇ ਗਏ, ਆਪੋ ਆਪਣੀ ਗੱਲ ਰੱਖੀ ਗਈ, ਆਪੋ ਆਪਣੀ ਪਾਰਟੀ ਦੇ ਤੌਰ ਤੇ ਗੱਲ ਰੱਖੀ ਗਈ। ਹਾਲਾਂਕਿ ਮਾਨ ਸਰਕਾਰ ਨੂੰ ਇਸ ਗੱਲ ਨੇ ਸਭ ਨੇ ਨਿੰਦਿਆ ਕਿ ਮਾਨ ਸਰਕਾਰ ਵੱਲੋਂ ਪਹਿਲਾਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਸਿਕਿਉਰਿਟੀ ਹੈ ਉਹ ਵਾਪਸ ਲਿੱਤੀ ਗਈ, ਉਸ ਤੋਂ ਬਾਅਦ ਵਿਡਰਾਲ ਕਰ ਦਿੱਤੀ ਗਈ, ਬਹਾਲ ਕਰ ਦਿੱਤੀ ਗਈ। ਇਹ ਕਿਤੇ ਨਾ ਕਿਤੇ ਸਵਾਲਾਂ ਦਾ ਘੇਰਾ ਜ਼ਰੂਰ ਹੈ ਕਿਉਂਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪੰਥ ਦੇ ਨੁਮਾਇੰਦਾ ਨੇ, ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਨੂੰ ਸਾਰੇ ਹੀ ਬੁਲਾਰਿਆਂ ਵੱਲੋਂ ਕਿਤੇ ਨਾ ਕਿਤੇ ਸਵਾਲਾਂ ਦੇ ਵਿੱਚ ਖੜੇ ਕਰ ਦਿੱਤਾ ਗਿਆ। ਪਰੰਤੂ ਹੁਣ ਗੱਲ ਇਹ ਨਿਕਲ ਕੇ ਸਾਹਮਣੇ ਆਉਂਦੀ ਹੈ, ਸਿੱਟਾ ਇਹ ਨਿਕਲਦਾ ਹੈ ਕਿ
ਤੇ ਸਿਕਿਉਰਿਟੀ ਆਖਰ ਲੋੜੀ ਕਿਉਂ? ਜੇਕਰ ਪੀਸ ਹੈ, ਪੰਜਾਬ ਦੇ ਵਿੱਚ ਪੀਸ ਹੋਣੀ ਚਾਹੀਦੀ ਹੈ, ਹਰ ਇੱਕ ਨਾਗਰਿਕ ਦੀ ਵੀ ਉਨੀ ਸਿਕਿਉਰਿਟੀ ਹੋਣੀ ਚਾਹੀਦੀ ਹੈ ਜਿੰਨੀ ਇੱਕ ਰਾਸ਼ਟਰਪਤੀ, ਇੱਕ ਵੱਡੇ ਲੀਡਰ ਦੀ ਹੁੰਦੀ ਹੈ, ਜਿਸ ਦੇ ਤਹਿਤ ਵੱਖ-ਵੱਖ ਬੁਲਾਰਿਆਂ ਵੱਲੋਂ ਆਪੋ ਆਪਣੀ ਗੱਲ ਰੱਖੀ ਗਈ। ਹੁਣ ਵੇਖਣਾ ਹੋਵੇਗਾ ਕਿ ਮਾਨ ਸਰਕਾਰ ਵੱਲੋਂ ਅਗਲੇ ਕਿਹੜੇ ਕਦਮ ਚੁੱਕੇ ਜਾਂਦੇ ਨੇ। ਹਾਲਾਂਕਿ ਮਾਨ ਸਰਕਾਰ ਦੇ ਉੱਤੇ ਇਹ ਇੱਕ ਵੱਡਾ ਚੈਲੰਜ ਹੈ ਕਿ ਪੰਜਾਬ ਦੇ ਵਿੱਚ ਹਰ ਛੋਟੇ ਤੋਂ ਲੈ ਕੇ ਵੱਡੇ ਲੀਡਰ ਦੀ ਜਿਸ ਤਰ੍ਹਾਂ ਵੀ ਰੱਖਿਆ ਕੀਤੀ ਜਾਣੀ ਹੈ ਉਹ ਮਾਨ ਸਰਕਾਰ ਦੇ ਹੱਥ ਹੈ, ਕਿਉਂਕਿ ਮਾਨ ਸਰਕਾਰ ਇਸ ਸਮੇਂ ਸੱਤਾ ਦੇ ਵਿੱਚ ਹੈ ਤੇ ਸੱਤਾ ਧਿਰ ਦਾ ਕੰਮ ਹੁੰਦਾ ਹੈ ਕਿ ਹਰ ਤਰੀਕੇ ਦੇ ਨਾਲ ਸ਼ਾਂਤੀ ਬਣਾਈ ਕੇ ਰੱਖੀ ਜਾਵੇ। ਬੀਤੇ ਦਿਨੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕੁਝ ਘਟਨਾਵਾਂ ਵਾਪਰਦੀਆਂ ਨੇ, ਉਸ ਤੋਂ ਬਾਅਦ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਹੁੰਦੇ ਨੇ, ਪਰੰਤੂ ਸਵਾਲਾਂ ਦੇ ਨਾਲ ਸਰਕਾਰ ਨੂੰ ਵੀ ਇਸ ਤੇ ਸੁਹਿਰਦ ਰਹਿਣਾ ਚਾਹੀਦਾ ਹੈ ਤਾਂ ਜੋ ਹਰ ਮਸਲੇ ਨੂੰ ਹਰ ਸੌਖੇ ਤਰੀਕੇ ਦੇ ਲਈ ਸੁਲਝਾ ਲਿਆ ਜਾਵੇ। ਜਦ ਤੱਕ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਦੇਖਦੇ ਰਹੋ ਪੰਜਾਬ ਟੁਡੇ।